ਵਾਹਿਗੁਰੂ ਜੀ। ਵਾਹਿਗੁਰੂ ਜੀ। ਸੰਗਤ जी, ਅੱਜ ਅਸੀਂ ਸ਼ਬਦ ਲੈ ਕੇ ਆਏ ਹਾਂ। ਬਾਣੀ ਨਾਮਦੇਵ ਜੀ ਦੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਭਗਤ ਨਾਮਦੇਵ ਜੀ ਦਾ ਉਚਾਰਿਆ ਹੋਇਆ ਸ਼ਬਦ ਹੈ। ਜਦੋਂ ਉਹਨਾਂ ਦੀ ਅਵਸਥਾ ਇਸ ਤਰ੍ਹਾਂ ਦੀ ਹੋ ਗਈ ਕਿ ਉਹ ਜਦੋਂ ਪ੍ਰਭੂ ਦੇ ਰੰਗ ਵਿੱਚ ਰੰਗੇ ਗਏ ਤੇ ਫਿਰ ਉਹਨਾਂ ਨੇ ਇਹ ਸ਼ਬਦ ਪ੍ਰਭੂ ਦੇ ਪ੍ਰੇਮ ਦੇ ਵਿੱਚ ਉਚਾਰਿਆ। ਉਹਨਾਂ ਨੇ ਕਿਹਾ, ਰੰਗੀਲੇ ਜੈਬਾ ਹਰ ਕੈ ਨਾਏ। ਰੰਗੀਲੇ ਮਤਲਬ ਕਿ ਮੇਰੀ ਜ਼ੁਬਾਨ ਹੁਣ ਪ੍ਰਭੂ ਦੇ ਨਾਮ ਦੇ ਵਿੱਚ ਰੰਗੀ ਗਈ ਹੈ। ਰੰਗੀਲੇ ਜੇਬਾ ਹਰ ਕੈ ਨਾਏ, ਇਹ ਸ਼ਬਦ ਹੈ, ਪਰ ਸ਼ਬਦ ਸ਼ੁਰੂ ਹੁੰਦਾ ਹੈ ਰੇ ਜੇਬਾ ਕਰੋ ਸਤਖੰਡ, ਕਿ ਇਹ ਇਹੋ ਜਿਹੀ ਰਸਨਾ ਨੂੰ, ਇਹੋ ਜਿਹੀ ਰਸਨਾ ਦੇ ਮੈਂ 7 ਮਤਲਬ ਕਿ 100 ਟੁਕੜੇ ਕਰ ਦਵਾਂ। ਕਿਹੜੀ ਰਸਨਾ ਦੇ? ਜਾਮ ਨਾ ਉਚਰਸ ਸ੍ਰੀ ਗੋਬਿੰਦ। ਜਦੋਂ ਇਹ ਵਾਹਿਗੁਰੂ ਦਾ ਨਾਮ, ਜਦੋਂ ਇਹ ਗੋਬਿੰਦ ਦਾ ਨਾਮ, ਜਦੋਂ ਇਹ ਪ੍ਰਭੂ ਦਾ ਨਾਮ ਨਾਨਾ ਉਚਾਰੇ, ਉਸ ਸਮੇਂ ਮੈਂ ਇਹਦੇ 100 ਟੁਕੜੇ ਕੱਟ ਕੇ ਸੁੱਟ ਦਵਾਂ। ਸੰਗਤ ਜੀ, ਬਾਣੀ ਦੇ ਵਿੱਚ ਬਾਣੀ ਨੇ ਸਾਨੂੰ ਤੇ ਹਿਦਾਇਤ ਦਿੱਤੀ ਹੈ ਕਿ हे ਮਨੁੱਖ, ਤੂੰ ਰੋਜ਼ ਪ੍ਰਭੂ ਨੂੰ ਧਿਆਣਾ ਹੈ, ਤੂੰ ਰੋਜ਼ ਵਾਹਿਗੁਰੂ ਦਾ ਨਾਮ ਸਿਮਰਨ ਕਰਨਾ ਹੈ। ਪਰ ਬਾਣੀ ਦੇ ਵਿੱਚ ਇੱਕ ਇੱਕ ਸਾਡੇ ਅੰਗ ਦਾ ਵੀ ਬਾਬਾ ਜੀ ਨੇ ਨਾਮ ਲੈ ਕੇ, ਜਿਸ ਤਰ੍ਹਾਂ ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਜੋ ਗੁਣ ਗਾਵੇ ਹਰ ਪ੍ਰਭ ਕੇਰੇ ਰਾਮ, ਕਿ ਹੈ ਉਹ ਜੇਬਾ, ਉਹ ਰਸਨਾ ਧਨ ਹੈ ਜਿਹੜੇ ਕਿ ਉਹ ਵਾਹਿਗੁਰੂ ਦੇ ਗੁਣ ਗਾਉਂਦੀ ਹੈ। ਬਾਕੀ ਦੇ ਤੇ ਅਸੀਂ ਜਿਹੜੇ ਅਸੀਂ ਹੋਰ ਕੰਮ ਕਰਦੇ ਆਂ, ਗੱਲਾਂ ਕਰਦੇ ਆਂ, ਬਾਕੀ ਦੀਆਂ ਗੱਲਾਂ ਕਰਦੇ ਆਂ, ਜਾਂ ਹੋਰ ਕੁਝ ਅਸੀਂ ਗਾਣੇ ਗਾਉਂਦੇ ਆਂ, ਕੁਝ ਹੋਰ ਅਸੀਂ ਮੂੰਹ ਤੋਂ ਉਚਾਰਦੇ ਆਂ, ਬੁਰੇ ਸ਼ਬਦ ਬੋਲਦੇ ਆਂ, ਉਹ ਤੇ ਗੱਲ ਅਲੱਗ ਹੈ। ਉਹ ਤੇ ਬੁਰਾ ਹੈ ਹੀ ਹੈ। ਅਗਰ ਅਸੀਂ ਮੂੰਹ ਤੋਂ ਅਸੀਂ ਆਪਣੀ ਜ਼ੁਬਾਨ ਤੋਂ ਨਿੰਦਿਆ ਕਰਦੇ ਆਂ, ਉਹ ਤੇ ਬੁਰਾਈ ਹੈ ਹੀ ਹੈ। ਅਗਰ ਅਸੀਂ ਆਪਣੀ ਜ਼ੁਬਾਨ ਤੋਂ ਕਿਸੇ ਨੂੰ ਮੰਦਾ ਬੋਲਦੇ ਆਂ, ਉਹ ਵੀ ਬੁਰਾਈ ਹੈ। ਪਰ ਅਗਰ ਅਸੀਂ ਗਾਣੇ ਗਾਣੇ ਆ, ਕੁਝ ਫालतू ਦੀਆਂ ਗੱਲਾਂ ਕਰਦੇ ਆ, ਤੇ ਜੋ ਭਗਤ ਨੇ, ਜੋ ਵਾਹਿਗੁਰੂ ਦੇ ਨਾਮ ਵਿੱਚ ਰੰਗੇ ਹੋਏ ਹੁੰਦੇ ਨੇ ਨਾ, ਉਹ ਕਹਿੰਦੇ ਨੇ ਇਹ ਸਮੇਂ ਸਾਡਾ ਵਿਅਰਥ ਜਾ ਰਿਹਾ, ਇਹ ਵਿਅਰਥ ਜਾ ਰਿਹਾ। ਅਸੀਂ ਫालतू ਦੀਆਂ ਗੱਲਾਂ ਦੇ ਵਿੱਚ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਹਾਂ। ਜੋ ਅਸੀਂ ਗੱਲਾਂ ਦੂਸਰਿਆਂ ਦੇ ਨਾਲ ਕਰਨੀਆਂ ਨੇ ਨਾ, ਉਹੀ ਸਮੇਂ ਅਸੀਂ ਪ੍ਰਭੂ ਦਾ ਨਾਮ ਕਿਉਂ ਨਾ ਧਿਆਈਏ। ਤੇ ਇਸ ਲਈ ਬਾਣੀ 'ਚ ਲਿਖਿਆ ਹੈ, ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀ ਹੈ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਉਹੀ ਇੱਥੇ ਭਗਤ ਜੀ ਨੇ ਲਿਖਿਆ ਹੈ। ਭਗਤ ਜੀ ਕਹਿੰਦੇ ਨੇ ਉਹ ਸਮੇਂ ਜਦੋਂ ਮੇਰੀ ਜ਼ੁਬਾਨ ਵਾਹਿਗੁਰੂ ਗੋਬਿੰਦ ਦਾ ਨਾਮ ਨਾ ਲਵੇ, ਉਸ ਸਮੇਂ ਤੇ ਮੈਂ ਆਪਣੀ ਜ਼ੁਬਾਨ ਦੇ, ਆਪਣੀ ਰਸਨਾ ਦੇ 100 ਟੁਕੜੇ ਕੱਟ ਕੇ, ਉਹਦੇ 100 ਟੁਕੜੇ ਕਰਕੇ ਉਹਨੂੰ ਮੈਂ ਸੁੱਟ ਦਵਾਂ। ਤੇ ਹੁਣ ਅੱਗੇ ਲਿਖਦੇ ਨੇ, ਰੰਗੀਲੇ ਜੇਬਾ ਹਰ ਕੇ ਨਾਈ, ਕਿ ਹੁਣ ਮੇਰੀ ਜੋ ਜੇਬਾ ਹੈ, ਹੁਣ ਜਿਹੜੀ ਮੇਰੀ ਰਸਨਾ ਹੈ, ਉਹ ਪ੍ਰਭੂ ਦੇ ਨਾਮ ਦੇ ਵਿੱਚ ਰੰਗੀ ਗਈ ਹੈ। ਔਰ ਕਿਸ ਤਰ੍ਹਾਂ ਰੰਗੀ ਗਈ ਹੈ ਪ੍ਰਭੂ ਦੇ ਨਾਮ ਦੇ ਵਿੱਚ? ਸੁਰੰਗ ਰੰਗੀਲੇ ਹਰ ਹਰ ਧਿਆਏ, ਕਿ ਵਾਹਿਗੁਰੂ ਦਾ ਨਾਮ ਸਿਮਰ ਸਿਮਰ ਕੇ, ਸਿਮਰ ਸਿਮਰ ਕੇ, ਸਿਮਰ ਸਿਮਰ ਕੇ, ਉਹ ਜਿਹੜਾ ਸੁਰੰਗ ਹੈ, ਸੁਰੰਗ ਮਤਲਬ ਜਦੋਂ ਕਿਸੇ ਵੀ ਚੀਜ਼ ਨੂੰ ਆਗੇ ਸੱਸਾ ਲੱਗ ਜਾਂਦਾ, ਜਿਸ ਤੇ ਅਸੀਂ ਕਹਿੰਦੇ ਨਾ ਸੋਨੇ ਤੇ ਸੁਹਾਗਾ, ਕਿ ਉਹ ਹੋਰ ਵੀ ਗੁੱਡ ਤੋਂ ਬੈਟਰ, ਬੈਟਰ ਤੋਂ ਬੈਸਟ, ਉਹ ਫਿਰ ਹੋਰ ਵੀ ਅੱਛਾ ਜਿਹੜਾ ਰੰਗ ਹੈ ਨਾ, ਉਹ ਹੋਰ ਵੀ ਸੋਹਣਾ ਰੰਗ, ਉਹ ਹੋਰ ਵੀ ਸੋਹਣੇ ਰੰਗ ਦੇ ਵਿੱਚ ਮੇਰੀ ਰਸਨਾ, ਮੇਰਾ ਮਨ ਉਹ ਭਿੱਜ ਗਿਆ, ਉਹ ਰੰਗਿਆ ਗਿਆ, ਜਦੋਂ ਮੈਂ ਪ੍ਰਭੂ ਦਾ ਨਾਮ ਸਿਮਰਦਾ ਗਿਆ, ਸਿਮਰਦਾ ਗਿਆ, ਸਿਮਰਦਾ ਗਿਆ। ਤੇ ਅੱਗੇ ਭਗਤ ਜੀ ਲਿਖਦੇ ਨੇ, ਮਿਥਿਆ ਜੈਬਾ ਅਵਰੇ ਕੰਮ, ਕਿਉਂਕਿ ਸਾਡੀ ਜ਼ੁਬਾਨ ਤੇ ਇੱਕ ਬਾਣੀ ਛੱਡ ਕੇ ਬਾਕੀ ਸਾਰੇ ਕੰਮ ਕਰਦੀ ਹੈ। ਇੱਕ ਵਾਹਿਗੁਰੂ ਦਾ ਨਾਮ ਛੱਡ ਕੇ ਅਸੀਂ ਜਦੋਂ ਤੋਂ ਸਵੇਰੇ ਉੱਠਦੇ ਆ ਨਾ ਸੰਗਤ ਜੀ, ਅਸੀਂ ਰਾਤ ਤੱਕ
ਨੌਨ ਸਟਾਪ ਬੋਲਦੇ ਆ ਔਰ ਅਸੀਂ ਨਾ, ਸਾਡੀ ਜੇਬਾ ਥੱਕਦੀ ਨਹੀਂ, ਸਾਡੀ ਰਸਨਾ, ਸਾਡੀ ਜ਼ੁਬਾਨ ਥੱਕਦੀ ਨਹੀਂ ਹੈ ਫालतू ਦੀਆਂ ਗੱਲਾਂ ਕਰ ਕਰਕੇ। ਪਰ ਜਿੱਥੇ ਅਸੀਂ ਨਾਮ ਉਚਾਰਨਾ ਸ਼ੁਰੂ ਕਰ ਦਾਂਗੇ, ਬਾਣੀ ਪੜਨਾ ਸ਼ੁਰੂ ਕਰ ਦਾਂਗੇ, ਤੇ ਸੰਗਤ ਜੀ ਫਿਰ ਕੀ, ਹਾਏ ਮੂੰਹ ਥੱਕ ਗਿਆ, ਹਾਏ ਮੂੰਹ ਥੱਕ ਗਿਆ, ਫਿਰ ਸਾਡਾ ਮੂੰਹ ਥੱਕ ਜਾਂਦਾ ਹੈ। ਪਰ ਫालतू ਦੀਆਂ ਗੱਲਾਂ ਕਰਨ ਦੇ ਵਿੱਚ ਸਾਡੀ ਜ਼ੁਬਾਨ ਨਹੀਂ ਥੱਕਦੀ। ਤੇ ਇੱਥੇ ਉਹ ਲਿਖਦੇ ਨੇ ਕਿ ਮਿੱਥਿਆ ਜੇਬਾ ਅਵਰੇ ਕਾਮ, ਕਿ ਬਾਕੀ ਦੇ ਕੰਮਾਂ ਦੇ ਵਿੱਚ ਤੇ ਇਹ ਉਹ ਸਮੇਂ ਤੂੰ ਵਿਅਰਥ ਗਵਾਨੀ ਆ ਇਹ ਰਸਨਾ। ਬਾਕੀ ਦੇ ਕੰਮ ਜਿਹੜੇ ਤੂੰ ਕਰਦੀ ਆ ਨਾ, ਜਿਹੜੀ ਤੂੰ ਹੋਰ ਗੱਲਾਂ ਕਰਦੀ ਆ, ਉਹਦੇ ਤੂੰ ਸਮੇਂ ਵਿਅਰਥ ਗਵਾਨੀ ਆ। ਤੇ ਫਿਰ ਕੀ ਲਿਖਦੇ ਨੇ, ਨਿਰਵਾਣ ਪਦ ਇੱਕ ਹਰ ਕੋ ਨਾਮ, ਕਿ ਜੇ ਤੂੰ ਵਾਹਿਗੁਰੂ ਦਾ ਨਾਮ ਧਿਆਏਂਗੀ ਨਾ ਰਹੇ ਰਸਨਾ, ਜੇ ਤੂੰ ਵਾਹਿਗੁਰੂ ਦਾ ਨਾਮ ਧਿਆਏਂਗੀ ਤੇ ਫਿਰ ਤੈਨੂੰ ਕਿਸ ਚੀਜ਼ ਦੀ ਪ੍ਰਾਪਤੀ ਹੋਏਗੀ? ਕਿ ਨਿਰਵਾਣ ਪਦ, ਪਦ ਹੁੰਦਾ ਪੋਸਟ, ਨਿਰਵਾਣ, ਕਿ ਤੂੰ ਇਹੋ ਜੀ ਉੱਚੀ ਪੋਸਟ ਪਾਏਂਗੀ ਨਾ, ਜਦੋਂ ਤੂੰ ਵਾਹਿਗੁਰੂ ਦਾ ਨਾਮ ਧਿਆ ਕੇ ਜਦੋਂ ਬੰਦਾ ਰੰਗਿਆ ਜਾਂਦਾ ਨਾ ਸੰਗਤ ਜੀ, ਉਦੋਂ ਹੀ ਰੰਗਿਆ ਜਾਂਦਾ ਜਦੋਂ ਆਪਣੇ ਵਿਕਾਰਾਂ ਤੋਂ ਉਹ ਮੁਕਤ ਹੋ ਜਾਂਦਾ ਹੈ, ਜਦੋਂ ਉਹਦਾ ਹਿਰਦੇ ਨਿਰਮਲ ਹੋ ਜਾਂਦਾ ਹੈ, ਤਾਂ ਹੀ ਅਸੀਂ ਤੇ ਖੈਰ ਨਹੀਂ, ਸਾਡੀ ਕੀ ਔਕਾਤ ਹੈ ਅਸੀਂ ਕਿਸੇ ਨੂੰ ਜੱਜ ਕਰੀਏ ਜਾਂ ਅਸੀਂ ਕਿਸੇ ਨੂੰ ਕੀ ਕਹਿ ਸਕੀਏ ਕਿ ਉਹ ਬੰਦਾ ਰੰਗਿਆ ਹੋਇਆ ਹੈ ਕਿ ਨਹੀਂ, ਕਿਉਂਕਿ ਸਾਡੇ ਕੋਲ ਤੇ ਨਾ ਉਹ ਬੁੱਧੀ ਹੈ, ਨਾ ਉਹ ਅੱਖਾਂ ਹੈ ਦੇਖਣ ਵਾਲੀਆਂ। ਪਰ ਜੋ ਬਾਣੀ 'ਚ ਰੰਗੇ ਹੋਏ ਨੇ, ਉਹ ਫਿਰ ਉਹਨੂੰ ਹੀ ਰੰਗਿਆ ਮੰਨਦੇ ਨੇ, ਜਦੋਂ ਕਿ ਮਨ ਕਿਸੇ ਦਾ ਸ਼ੁੱਧ ਨਿਰਮਲ ਹੋ ਜਾਂਦਾ ਹੈ, ਜਦੋਂ ਆਪਣੇ ਵਿਕਾਰਾਂ ਤੇ ਉਹ ਜਿੱਤ ਪ੍ਰਾਪਤ ਕਰ ਲੈਂਦਾ ਹੈ, ਜਦੋਂ ਆਪਣੀ ਇੰਦਰੀਆਂ ਨੂੰ ਉਹ ਕਾਬੂ ਕਰ ਲੈਂਦਾ ਹੈ, ਇੰਦਰੀਆਂ ਨੂੰ ਜਿੱਤ ਲੈਂਦਾ ਹੈ, ਫਿਰ ਉਹ ਅਵਸਥਾ, ਉਹ ਪਦਵੀ ਪ੍ਰਾਪਤ ਕਰਦਾ ਹੈ ਵਾਹਿਗੁਰੂ ਦਾ ਨਾਮ ਸਿਮਰ ਕੇ। ਫਿਰ ਉਹ ਨਿਰਵਣ ਪਦ, ਕਿ ਤੂੰ ਨਿਰਵਾਣ ਪਦ, ਤੂੰ ਇਹੋ ਜੀ ਤੂੰ ਪ੍ਰਾਪਤੀ, ਤੂੰ ਉਹ ਵਾਲੀ ਤੈਨੂੰ ਪੋਸਟ ਮਿਲ ਜਾਏਗੀ, ਤੂੰ ਉਸ ਅਵਸਥਾ ਵਿੱਚ ਆ ਜਾਏਗਾ। ਕਦੋਂ? ਇੱਕ ਹਰ ਕੋ ਨਾਮ, ਜਦ ਤੂੰ ਇੱਕ ਵਾਹਿਗੁਰੂ ਦੇ ਨਾਮ ਨੂੰ ਧਿਆਏਗਾ ਨਾ, ਫਿਰ ਤੈਨੂੰ ਇਹੋ ਜੀ ਤੇਰੀ ਅਵਸਥਾ ਉੱਚੀ ਹੋ ਜਾਏਗੀ, ਫਿਰ ਤੈਨੂੰ ਉੱਚੀ ਅਵਸਥਾ, ਤੈਨੂੰ ਉੱਚੀ ਪੋਸਟ ਮਿਲ ਜਾਏਗੀ। ਫਿਰ ਅੱਗੇ ਲਿਖਦੇ ਨੇ, ਅਸੰਖ ਕੋਟ ਅਨ ਪੂਜਾ ਕਰੀ, ਕਿ ਮੈਂ ਕਿੰਨੀ ਜਗ੍ਹਾ ਤੇ ਜਾ ਕੇ, ਅਸੰਖ ਹੁੰਦਾ ਹੈ ਜਿਹੜੇ ਕਿ ਗਿਣਤੀ 'ਚ ਨਹੀਂ ਆਉਂਦੇ, ਕੋਟ ਹੁੰਦਾ ਹੈ ਕਰੋੜ, ਕਿ ਮੈਂ ਕਰੋੜਾਂ ਜਗ੍ਹਾ ਜਾ ਕੇ ਪੂਜਾ ਕੀਤੀ, ਕਰੋੜਾਂ ਜਗ੍ਹਾ ਜਾ ਕੇ ਮੈਂ ਸਿਮਰਨ ਕੀਤਾ, ਸੇਵਾ ਕੀਤੀ, ਤੇ ਪਰ ਏਕ ਨਾ ਪੂਜਸ ਨਾਮੈ ਹਰੀ, ਕਿ ਉਹ ਅਸੀਂ ਕਹਿੰਦੇ ਨਾ 100 ਚੀਜ਼ਾਂ ਇੱਕ ਜਗ੍ਹਾ ਰੱਖ ਦੋ, ਕਰੋੜ ਚੀਜ਼ਾਂ ਇੱਕ ਜਗ੍ਹਾ ਰੱਖ ਲਓ, ਤੇ ਇੱਕ ਪ੍ਰਮਾਤਮਾ ਨੂੰ ਤੁਸੀਂ ਇੱਕ ਜਗ੍ਹਾ ਰੱਖ ਲਓ, ਪਰ ਪ੍ਰਮਾਤਮਾ ਫਿਰ ਵੀ ਉਹ ਸਾਰੀਆਂ ਚੀਜ਼ਾਂ ਨਾਲੋਂ ਉੱਚਾ ਹੈ। ਸੰਗਤ ਜੀ, ਬੜਾ ਮੈਨੂੰ ਸੁਭਾਗ ਮਿਲਿਆ ਕਿ ਮੇਰੀ ਮੁਲਾਕਾਤ ਇੱਕ ਭਗਤ ਜੀ ਦੇ ਨਾਲ ਹੋਈ। ਜਦੋਂ ਉਹਨਾਂ ਦੇ ਨਾਲ ਅਸੀਂ ਵਿਚਾਰ ਕਰ ਰਹੇ ਸੀ ਨਾ, ਤੇ ਉਹਨਾਂ ਨੇ ਦੱਸਿਆ ਕਿ ਤੁਸੀਂ ਸੇਵਾ ਜਿੰਨੀ ਮਰਜ਼ੀ ਕਰ ਲਓ। ਗੁਰੂ ਅੰਗਦ ਦੇਵ ਜੀ ਨੇ ਵੀ ਬਹੁਤ ਸੇਵਾ ਕੀਤੀ, 12 ਸਾਲ ਸੇਵਾ ਕੀਤੀ, ਪਰ 12 ਸਾਲ ਤੋਂ ਬਾਅਦ ਫਿਰ ਉਹਨਾਂ ਨੂੰ ਸਿਮਰਨ ਕਰਨਾ ਪਿਆ। ਉਹਨਾਂ ਨੇ ਸੇਵਾ ਦੇ ਨਾਲ ਤੇ ਸਿਮਰਨ ਕੀਤਾ ਹੀ, ਪਰ ਸੇਵਾ ਤੋਂ ਉੱਚਾ ਵੀ ਉਹ ਨਾਮ ਸਿਮਰਨ ਹੈ। ਸੇਵਾ ਤੇ ਕਰਨੀ ਹੈ। ਹੁਣ ਇਹ ਨਹੀਂ ਕਿ ਅਸੀਂ ਸਿਰਫ ਸਿਮਰਨ ਹੀ ਕਰੀਏ, ਅਸੀਂ ਸੇਵਾ ਕਰਨੀ ਛੱਡ ਦਾਂਗੇ, ਪਰ ਸੇਵਾ ਔਰ ਸਿਮਰਨ ਇਹ ਸਿੱਖ ਦੇ ਦੋ ਪੰਖ ਨੇ, ਜਿਹਦੇ ਨਾਲ ਸਿੱਖ ਨੇ ਇੱਕ ਉਡਾਰੀ ਮਾਰਨੀ ਹੁੰਦੀ ਹੈ। ਕਿਹੜੀ ਉਡਾਰੀ ਮਾਰੀ? ਹੁਣ ਕਿਹੜੀ ਸਿੱਖ ਉਡਾਰੀ ਮਾਰਦਾ ਹੈ? ਉਹ ਇੰਨੀ ਉੱਚੀ ਉਡਾਰੀ ਮਾਰਦਾ ਕਿ ਉਹ ਪ੍ਰਭੂ ਨੂੰ ਪ੍ਰਾਪਤ ਕਰ ਸਕਦਾ ਹੈ। ਤੇ ਇਸ ਲਈ ਸੇਵਾ ਤੋਂ ਸਾਰਿਆਂ ਨਾਲੋਂ ਉੱਚਾ ਕੰਮ ਹੈ ਨਾਮ ਸਿਮਰਨ, ਨਾਮ ਜਪਣਾ। ਫਿਰ ਉਹਦੇ, ਜਿਸ ਤਰ੍ਹਾਂ ਕਹਿੰਦੇ ਨਾ, ਇੱਕ ਪੇੜ ਹੁੰਦਾ ਹੈ, ਪਰ ਪੇੜ ਨੂੰ ਪੱਤੀਆਂ ਵੀ ਲੱਗਦੀਆਂ, ਫਲ ਵੀ ਲੱਗਦੇ ਨੇ, ਉਹਦੀਆਂ ਰੂਟਸ ਵੀ ਹੁੰਦੀਆਂ ਨੇ, ਉਹਦੀਆਂ ਟਹਿਣੀਆਂ ਵੀ ਹੁੰਦੀਆਂ ਨੇ, ਉਹਦੇ ਉੱਤੇ ਚਿੜੀਆਂ ਆ ਕੇ ਵੀ ਘੋਂਸਲਾ ਬਣਾਉਂਦੀਆਂ ਨੇ, ਪਰ ਇਹ ਇੱਕੋ ਚੀਜ਼ ਦੇ ਉੱਤੇ ਹੁੰਦਾ ਹੈ। ਪਰ ਫਲ ਕੀ ਹੁੰਦਾ ਹੈ? ਫਲ ਹੁੰਦਾ ਹੈ ਜਦੋਂ ਉਹਦੇ ਉੱਤੇ ਫਰੂਟ ਲੱਗਦਾ ਹੈ। ਫਲ ਜਦੋਂ ਨਾਮ ਸਿਮਰਨ ਕਰਦੇ ਹੈ, ਤੇ ਉਦੋਂ ਫਿਰ ਜਦੋਂ ਪ੍ਰਭੂ ਪ੍ਰਾਪਤੀ ਹੁੰਦੀ ਹੈ, ਉਹ ਫਿਰ ਹੁੰਦਾ ਹੈ ਕਿ ਫਲ ਲੱਗਣਾ। ਪਰ
शुरुआत ते असी नीचों बीज तो ही करते हैं ना, पहला असी सेवा करनी शुरू करांगे, चंगे कर्म करने शुरू करांगे, फिर जदों साडा मन निर्मल हुंदा जांदा है, सानू समझ आंदी जांदी है, वाहिगुरु सानू सोझी पांदे जांदे ने, ते फिर सानू होर समझ आंदी है, ते फिर असी नाम बाणी दे नाल जुड़दे चले जाने आ। ते इत्थे भगत जी लिखदे ने कि असंख कोट अन पूजा करी, कि मैं बड़े असंख करोड़ां दी पूजा कीती है, पर जेड़ा मैं एक जिहड़ियां मेरियां पूजा है ना, ओ एक पूजन दे ओ मैं एक ना पूजा, मतलब ओ मेरियां पूजनियां ओ एनियां फ्रूटफुल नहीं सी कि जेड़ा मैं एक प्रभु दे नाल जदों मैं नाम जपिया ते मैनू ओ जेड़ी मैनू सुख मिलिया, जो मेरे मन नू शांति मिली, कि ओ इक्वल है, ओ उस तो भी उच्ची है, ओ उस तो भी उच्ची है। लखा करोड़ा मैं नाम जपिया है, लखा करोड़ा जगह मैं जाके पूजा अर्चना कीती है, पर ओ सारा मेरा एक प्रभु नू ध्यान तो, एक प्रभु नू ध्याना भी ओ सारे कर्मां तो उच्चा है। प्रणवे फिर एंड च संगत जी जिस तरह असी हर वारी देखदे हां कि बेनती आ जांदी है कि प्रणवे नामदेव एहो करना, कि फिर नामदेव जी कहंदे ने कि हे प्रभु मेरे ते तुसी इन्नी किरपा करो, मेरी जेबा नू तुसी इक्को ही काम लगाओ, तुसी मेरे ते एनी दया करो, मेरे ते तुसी एनी मेहर करो कि मेरी जेबा इक्को ही नाम इक्को ही काम करदी रहे। केड़ा काम करदी रहे? अनंत रूप तेरे नारायणा, कि हे वाहेगुरु हे प्रभु जेरे तेरे अनंत रूप है ना, ये उन्हां दा ही गुणगान करदी रहे। तेरे जेड़े अनंत रूप, जेड़े तेरे एक प्रभु जेड़े तेरे अन्ने सारे रूप है ना, उन्हां दी सिफत सलाई करदी रहे कि मैनू एनी तुसी मेरे ते कृपा करो, मेरे ते तुसी एनी एनी ते दया दृष्टि कर, दया पाओ, दृष्टि पाओ। ते संगत जी बाणी च जिस तरह ਅਸੀਂ ਦੇਖਦੇ ਹਾਂ ਕਿ ਰਸਨਾ ਬਾਰੇ ਲਿਖਿਆ ਹੈ, ਕੰਨਾਂ ਬਾਰੇ ਵੀ ਲਿਖਿਆ ਹੈ ਕਿ ਉਹੀ ਕੰਨ ਧਨ ਨੇ ਜਿਹੜੇ ਕਿ ਪ੍ਰਭੂ ਦਾ ਨਾਮ ਸੁਣਦੇ ਨੇ, ਕੀਰਤਨ ਸੁਣਦੇ ਨੇ, ਬਾਣੀ ਸੁਣਦੇ ਨੇ। ਉਹੀ ਸੀਸ ਪਵਿੱਤਰ ਹੈ ਜੋ ਗੁਰੂ ਦੇ ਪੈਰੀ, ਗੁਰੂ ਦੀ ਸ਼ਰਨ ਚ ਨੀਵਾ ਹੁੰਦਾ ਹੈ, ਗੁਰੂ ਦੇ ਚਰਨਾਂ ਤੇ ਜੋ ਉਹ ਸੀਸ ਟਿਕਦਾ ਹੈ, ਉਹੀ ਸੀਸ ਧਨ ਹੈ। फिर वही नेत्र, नेत्रां बारे भी लिखिया है, हत्थां बारे भी लिखिया है। ये बाणी ने सानू लिखिया दस्या है कि तुसी चंगे कर्म करने ने, तुसी बाणी पढ़नी है, तुसी अपना जो इत्थे करन आए हो, जो तुहाडा इत्थे तुहाडा कर्तव्य है, जिस करके तुहानू मनुखता दे मिली है, ਉਹ ਤੁਸੀਂ ਭੁੱਲਣਾ नहीं है, ਉਹ ਤੁਸੀਂ हमेशा वाहेगुरु नू याद रखना है, चेते रखना है। ते संगत जी जो प्रभु दे रंग विच रंगे गए, जो परमात्मा दे रंग विच रंगे गए, ਉਹਨਾਂ ਨੂੰ ਉਹਨਾਂ ਦਾ ਤੇ ਪਾਰ ਉਤਾਰਾ ਹੋਇਆ ਹੀ, ਪਰ ਉਹਨਾਂ ਨੂੰ ਪਾਰ ਉਤਾਰਾ ਹੋਣ ਦੇ ਬਾਅਦ ਵੀ ਸੰਗਤ ਜੀ ਅਸੀਂ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਆਂ। ਕਿਸ ਤਰ੍ਹਾਂ ਯਾਦ ਕਰਦੇ ਆਂ? ਦੇਖੋ ਸਾਡੇ ਗੁਰੂ ਤੇ ਧੰਨ ਨੇ, ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ, ਔਰ ਧੰਨ ਗੁਰੂ ਦੇ ਸਿੱਖ, ਕਿਉਂਕਿ ਉਹ ਗੁਰੂ ਦੇ, ਉਹ ਪ੍ਰਭੂ ਦੇ ਔਰ ਗੁਰੂ ਦੇ ਨਾਮ ਦੇ ਵਿੱਚ ਰੰਗੇ ਗਏ। ਉਹਨਾਂ ਦੇ ਨਾਲ ਜੋ ਸਿੱਖ ਸੀ ਉਹ ਵੀ ਰੰਗੇ ਗਏ। ਤੇ ਸੰਗਤ ਜੀ ਆਓ ਅਸੀਂ ਥੋੜਾ ਜਿਹਾ ਇਤਿਹਾਸ ਦੇ ਨਾਲ ਜੁੜਦੇ ਹਾਂ। ਅਸੀਂ ਸਾਖੀ ਕੀਤੀ ਸੀ ਕਿ ਜਦੋਂ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਦੋਂ ਸ਼ਿਕਾਰ ਤੇ ਜਾਂਦੇ ਨੇ ਤੇ ਔਰੰਗਜ਼ੇਬ ਸ਼ਾਹਜਹਾਂ ਦਾ ਬਾਜ ਆਂਦਾ ਹੈ, ਔਰ ਪਾਤਸ਼ਾਹ ਦਾ, ਗੁਰੂ ਸਾਹਿਬਾਨ ਦਾ ਬਾਜ, ਉਹ ਬਾਜ ਨੂੰ ਲੈ ਕੇ ਆ ਜਾਂਦਾ, ਚੁੰਝਾ ਮਾਰ ਮਾਰ ਕੇ ਉਹਨੂੰ ਨੀਚੇ ਲੈ ਆਂਦਾ ਹੈ, ਕਿਉਂਕਿ ਸੁਰਖਾਬ ਦੀ ਉਹ ਪਿੱਛਾ ਕਰ ਰਿਹਾ ਹੁੰਦਾ ਹੈ। ਆਪ ਜੀ ਨੂੰ ਇਹ ਥੋੜਾ ਜਿਹਾ ਮੈਂ ਇਸ ਲਈ ਦੱਸਿਆ ਕਿ ਆਪ ਜੀ ਨੂੰ ਉਹ ਸਾਖੀ ਥੋੜੀ ਜੀ ਯਾਦ ਆ ਜਾਏ ਕਿ ਅਸੀਂ ਕਿਹੜੀ ਸਾਖੀ ਕੀਤੀ ਸੀ। ਤੇ ਜਦੋਂ ਉੱਥੋਂ ਦੀ ਉਹ ਗੁਰੂ ਦੇ ਸਿੱਖ ਜਿਹੜੇ ਰੰਗੇ ਹੋਏ ਗੁਰੂ ਦੇ ਸਿੱਖ ਹੁੰਦੇ, ਜਿਹੜੇ ਸਿੱਖ ਜੋ ਗੁਰੂ ਜੀ ਦੇ ਨਾਲ ਸਿੱਖ ਸੀ ਸੰਗਤ ਜੀ, ਉਹ ਸਾਰੇ ਰੰਗੇ ਹੋਏ ਸੀ। ਉਹ ਬਾਬਾ ਜੀ ਦੇ ਪਿਆਰ ਦੇ ਵਿੱਚ ਰੰਗੇ ਹੋਏ ਸੀ, ਉਹ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗੇ ਹੋਏ ਸੀ। ਤਾਈਓ ਤੇ ਇੱਕ ਇਸ਼ਾਰੇ ਤੇ ਆਪਣਾ ਸੀਸ ਦੇਣ ਨੂੰ ਤਿਆਰ ਹੋ ਜਾਂਦੇ ਸੀ, ਤਾਈ ਤੇ ਇੱਕ ਇਸ਼ਾਰੇ ਤੇ ਆਪਣੀ ਜਾਨ ਨਿਛਾਵਰ ਕਰਨ ਨੂੰ ਤਿਆਰ ਰਹਿੰਦੇ ਸੀ 24 ਘੰਟੇ। ਤੇ ਜਦੋਂ ਗੁਰੂ ਦੇ ਸਿੱਖ ਸ਼ਾਹਜਹਾਂ ਦੇ ਸਿਪਾਹੀਆਂ ਨੂੰ
ਡਰਾ ਕੇ ਭੇਜ ਦਿੰਦੇ ਨੇ ਕਿ ਇੱਥੋਂ ਦੀ ਦੌੜ ਜਾਓ, ਨਹੀਂ ਤਾਂ ਤੁਹਾਡੇ ਸ਼ਸਤਰ ਵੀ ਉਤਾਰ ਕੇ ਰੱਖ ਲੈਣੇ ਨੇ। ਤੇ ਜਦੋਂ ਉਹ ਲਲਕਾਰ ਕੇ ਕਹਿੰਦੇ ਨੇ ਤੇ ਸ਼ਾਹਜਹਾਂ ਦੇ ਉਹ ਜਿਹੜੇ ਸਿੱਖ ਸੈਨਿਕ ਹੁੰਦੇ ਨੇ ਉਹ ਦੌੜ ਜਾਂਦੇ ਨੇ, ਡਰ ਜਾਂਦੇ ਨੇ। ਔਰ ਫਿਰ obvious ਹੀ ਹੈ ਕਿ ਉਹ ਜਾ ਕੇ ਫਿਰ ਸ਼ਾਹਜਹਾਂ ਨੂੰ ਦੱਸਣਗੇ, ਤੇ ਉੱਥੇ ਜਾ ਕੇ ਸ਼ਾਹਜਹਾਂ ਨੂੰ ਉਹ ਜਾ ਕੇ ਸ਼ਿਕਾਇਤ ਲਗਾਉਂਦੇ ਨੇ, ਕਹਿੰਦੇ ਆ ਰਾਜਨ, ਉਹਨਾਂ ਨੇ ਤੇ ਸਾਨੂੰ ਲਲਕਾਰਿਆ, ਉਹਨਾਂ ਨੇ ਤੇ ਬੜੇ ਸੂਰਬੀਰਤਾ ਦੇ ਨਾਲ ਸਾਨੂੰ ਕਿਹਾ ਹੈ ਕਿ ਬਾਜ ਤਾਜ ਹਮਨੇ ਸਭ ਲੈਣਾ, ਕਿ ਅਸੀਂ ਤੇ ਬਾਜ ਵੀ ਨਹੀਂ ਦੇਣਾ, ਅਸੀਂ ਤੇ ਤੁਹਾਡਾ ਤਾਜ ਵੀ ਲੈ ਲੈਣਾ। ਉਹ ਤੇ ਉਹਨਾਂ ਬੜੇ ਸੂਰਮੇ ਨੇ, ਉਹ ਤੇ ਬੜੇ ਬਲਸ਼ਾਲੀ, ਉਹਨਾਂ ਨੇ ਤੇ ਸਾਨੂੰ ਬੜਾ ਡਰਾ ਕੇ ਸਾਨੂੰ ਦੌੜਾ ਦਿੱਤਾ। ਤੇ ਰਾਜਾ ਸੀ, ਰਾਜਾ ਨੂੰ ਵੀ ਸੰਗਤ ਜੀ, ਰਾਜਾ ਵੀ ਉਹਨੂੰ ਵੀ ਗੁੱਸਾ ਆਉਂਦਾ ਕਿ ਬਈ ਮੇਰੇ ਅੱਗੇ ਕੋਈ ਝੁਕੇ ਨਾ, ਤੇ ਰਾਜਾ ਨੂੰ ਤੇ ਗੁੱਸਾ ਆਏਗਾ ਹੀ। ਤੇ ਉੱਥੇ ਜਿਹੜੇ ਉਹਦੇ ਨਾਲ ਉਹਦੇ ਮਿੱਤਰ ਦੋਸਤ ਬੈਠੇ ਹੋਏ ਸੀ, ਉਹ ਵੀ ਨਾ ਸੰਗਤ ਜੀ ਫਿਰ ਉਹਨਾਂ ਨੂੰ ਨਾ, ਜਿਸ ਤਰ੍ਹਾਂ ਕਹਿੰਦੇ ਨੇ ਨਾ ਅੱਗ ਦੇ ਵਿੱਚ ਤੇਲ ਪਾਉਣ ਦਾ ਕੰਮ, ਉਹ ਵੀ ਫਿਰ ਰਾਜਾ ਨੂੰ ਕਹਿੰਦੇ ਅੱਜ ਤੇ ਦੇਖੋ ਗੁਰੂ ਨੇ ਤੁਹਾਡਾ ਬਾਜ ਖੋਇਆ, ਕੱਲ ਨੂੰ ਤੁਹਾਡਾ ਤਾਜ ਖੋ ਲੇਗਾ, ਤੁਸੀਂ ਕੀ ਕਰ ਲੋਗੇ? ਤੁਹਾਨੂੰ ਨਾ ਹੁਣੇ ਹੀ ਸਬਕ ਸਿਖਾਉਣਾ ਚਾਹੀਦਾ, ਨਹੀਂ ਤੇ ਇਹਨਾਂ ਦਾ ਦਿਲ ਨਾ ਹੋਰ ਚੌੜਾ ਹੋ ਜਾਏਗਾ, ਇਹ ਤੁਹਾਡੇ ਤੋਂ ਡਰਦੇ ਨਹੀਂ ਹੈ, ਤੇ ਤੁਹਾਨੂੰ ਨਾ ਰਾਜਨ ਕੁਝ ਕਰਨਾ ਪਏਗਾ। ਤੇ ਸੰਗਤ ਜੀ ਇਹਦੇ ਤੋਂ ਇੱਕ ਸਿੱਖਿਆ ਸਾਨੂੰ ਇਹ ਵੀ ਮਿਲਦੀ ਹੈ ਕਿ ਤੁਹਾਡਾ ਸਲਾਹਕਾਰ ਅੱਛਾ ਹੋਣਾ ਬੜਾ ਜ਼ਰੂਰੀ ਹੈ, ਕਿਉਂਕਿ ਅਗਰ ਤੁਹਾਡਾ ਸਲਾਹਕਾਰ ਕੋਈ ਬੁਰਾ ਸਲਾਹਕਾਰ ਹੈ, ਜਾਂ ਮੰਦ ਬੁੱਧੀ ਵਾਲਾ ਹੈ, ਜਾਂ ਮੰਦੀ ਸੋਚ ਰੱਖਦਾ ਹੈ, ਤੇ ਉਹ ਅੱਛਿਆਂ ਦੀ ਜ਼ਿੰਦਗੀ ਵੀ ਨਰਕ ਬਣਾ ਦਿੰਦਾ ਹੈ। ਅਗਰ ਤੁਹਾਡਾ ਸਲਾਹਕਾਰ, ਤੁਹਾਡਾ ਮਿੱਤਰ, ਤੁਹਾਡਾ ਦੋਸਤ ਅਗਰ ਤੁਹਾਡਾ ਹਿਤਕਾਰੀ ਹੈ, ਤੁਹਾਡਾ ਅਗਰ ਹਿੱਤ ਚਾਹੁੰਦਾ ਹੈ, ਤੁਹਾਡਾ ਅਗਰ ਵੈਲ ਵਿਸ਼ਰ ਹੈ, ਤੇ ਉਹ ਅਗਰ ਤੁਸੀਂ ਕੁਝ ਬੁਰਾ ਕੰਮ ਕਰਨ ਵੀ ਲੱਗੋਗੇ, ਅਗਰ ਕੋਈ ਬੁਰੀ ਸੋਚ ਰੱਖਦਾ ਵੀ ਹੈ, ਜਾਂ ਕੁਝ ਗਲਤ ਕੰਮ ਵੀ ਕੁਝ ਕਰਨ ਲੱਗਦਾ, ਤੇ ਤੁਹਾਡਾ ਜਿਹੜਾ ਤੁਹਾਡਾ ਵੈਲ ਵਿਸ਼ਰ ਹੋਏਗਾ, ਅੱਛਾ ਸਲਾਹਕਾਰ ਹੋਏਗਾ, ਉਹ ਤੁਹਾਨੂੰ ਏਦਾਂ ਗਲਤ ਕੰਮ ਕਰਨ ਨੂੰ ਤੁਹਾਨੂੰ ਰੋਕੇਗਾ। ਤੇ ਇਸ ਲਈ ਸਲਾਹਕਾਰ ਅੱਛਾ ਹੋਣਾ ਵੀ ਬਹੁਤ ਜ਼ਰੂਰੀ ਹੈ। ਪਰ ਸ਼ਾਹਜਹਾਂ ਦੇ ਸਲਾਹਕਾਰ ਉਹਨੂੰ ਹੋਰ ਚੜਾ ਦਿੰਦੇ ਨੇ, ਤੇ ਸ਼ਾਹਜਹਾਂ ਗੁੱਸੇ 'ਚ ਆ ਕੇ ਉਹਦਾ ਇੱਕ ਉਹਦਾ ਵਿਸ਼ੇਸ਼ ਬੰਦਾ ਹੁੰਦਾ ਹੈ ਮੁਗਲਸ ਖਾਨ ਨੂੰ ਬੁਲਾਉਂਦਾ ਹੈ, ਕਹਿੰਦਾ ਹੈ ਜਾਓ 7000 ਦੀ ਫੌਜ ਤੁਸੀਂ ਲੈ ਜਾਓ, ਜਾ ਕੇ ਤੁਸੀਂ ਗੁਰੂ ਨੂੰ ਫੜ ਕੇ ਲੈ ਕੇ ਆਓ, ਔਰ ਸਾਡਾ ਤੁਸੀਂ ਬਾਜ ਵੀ ਗੁਰੂ ਕੋਲ ਲੈ ਕੇ ਆਓ, ਤੁਸੀਂ ਜਾਓ, ਹੁਣੇ ਹੀ ਜਾਓ, ਕਿਉਂਕਿ ਜਾ ਕੇ ਤੁਸੀਂ ਗੁਰੂ ਨੂੰ ਬਾਜ ਦੇ ਸਮੇਤ ਮੇਰਾ ਬਾਜ ਲੈ ਕੇ ਆਓ, ਔਰ ਗੁਰੂ ਨੂੰ ਵੀ ਤੁਸੀਂ ਫੜ ਕੇ ਲੈ ਕੇ ਆਓ, ਮੇਰੇ ਸਾਹਮਣੇ ਪੇਸ਼ ਕਰੋ। ਉਹ ਹੁਕਮ ਦੇ ਦਿੰਦਾ ਹੈ ਰਾਜਾ। ਇੱਧਰ ਪਾਤਸ਼ਾਹ ਜਦੋਂ ਸ਼ਿਕਾਰ ਤੋਂ ਆਉਂਦੇ ਨੇ, ਆ ਕੇ ਆਪਣਾ ਲੰਗਰ ਪ੍ਰਸ਼ਾਦਾ ਖਾਂਦੇ ਨੇ, ਲੰਗਰ ਪ੍ਰਸ਼ਾਦਾ ਛਕ ਕੇ ਆਪਣੇ ਮਹਿਲਾਂ 'ਚ ਚਲੇ ਜਾਂਦੇ ਨੇ ਆਰਾਮ ਕਰਨ ਵਾਸਤੇ, ਸੌਣ ਵਾਸਤੇ। ਤੇ ਜਦੋਂ ਪਾਤਸ਼ਾਹ ਸਵੇਰੇ ਅੰਮ੍ਰਿਤ ਵੇਲੇ ਜਦੋਂ ਉੱਠਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਤੇ ਪਾਤਸ਼ਾਹ ਸਿੱਧਾ ਆਪਣਾ ਨਿਤਨੇਮ ਕਰਕੇ, ਜੋ ਪਾਤਸ਼ਾਹ ਪਾਠ ਕਰਦੇ ਨੇ ਉਹ ਕਰਕੇ, ਤੇ ਪਾਤਸ਼ਾਹ ਸਿੱਧਾ ਪਹੁੰਚਦੇ ਨੇ ਆਪਣੇ ਸਿੱਖਾਂ ਦੇ ਕੋਲ ਪਹੁੰਚਦੇ ਨੇ, ਕੁਝ ਸਿੱਖਾਂ ਨੂੰ ਲੈ ਕੇ ਜਾਂਦੇ ਨੇ ਜਿੱਥੇ ਅੱਜ ਲੋਹਗੜ੍ਹ ਕਿਲਾ ਹੈ, ਉਸ ਜਗ੍ਹਾ ਤੇ ਜਾਂਦੇ ਨੇ, ਔਰ ਆਪਣੇ ਸੂਰਮਿਆਂ ਨੂੰ ਕਹਿੰਦੇ ਨੇ ਕਿ ਇੱਥੇ ਚਾਰੋਂ ਪਾਸੇ ਨਾ ਤੁਸੀਂ ਨਾ 4 ਦੀਵਾਰੀ ਬਣਾ ਦਿਓ, ਔਰ ਐਨੀ ਪੱਕੀ 4 ਦੀਵਾਰੀ ਬਣਾਓ, ਔਰ ਉੱਚੀ 4 ਦੀਵਾਰੀ ਬਣਾਓ। ਔਰ ਪਾਤਸ਼ਾਹ ਆਪਣੇ ਸੂਰਮਿਆਂ ਨੂੰ ਇਹ ਹਿਦਾਇਤ ਦਿੰਦੇ ਨੇ, ਇੰਸਟਰਕਸ਼ਨ ਦਿੰਦੇ ਨੇ ਕਿ ਤੁਸੀਂ ਚਾਰੋਂ ਪਾਸੇ ਇੱਥੇ ਤੁਸੀਂ ਇੱਕ ਪੱਕੀ ਮਜ਼ਬੂਤ ਤੁਸੀਂ ਦੀਵਾਰ ਖੜੀ ਕਰ ਦਿਓ। ਪਰ ਸੰਗਤ ਜੀ ਦੇਖੋ, ਦੀਵਾਰ ਖੜੀ ਕਰਨ ਨੂੰ ਵੀ ਟਾਈਮ ਤੇ ਲੱਗੇਗਾ ਨਾ, ਔਰ ਕੁਝ ਸੂਰਮਿਆਂ ਨੂੰ ਕਹਿੰਦੇ ਤੁਸੀਂ ਇੱਥੇ ਹੀ ਰਹੋਗੇ, ਔਰ ਤੁਸੀਂ ਨਿਗਰਾਨੀ ਰੱਖੋਗੇ, ਤੁਸੀਂ ਸਤਰਕ ਰਹੋਗੇ, ਕਿਉਂਕਿ ਪਾਤਸ਼ਾਹ ਤੇ ਜਾਣ ਸੀ ਸੰਗਤ ਜੀ, ਉਹਨਾਂ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਦਾ ਆਣਾ ਹੈ, ਤੇ ਉਹਨਾਂ ਨੂੰ ਸਾਰੀ ਹਿਦਾਇਤ ਦੇ ਕੇ ਉਹ ਆਪ ਅਕਾਲ ਤਖਤ ਸਾਹਿਬ ਆ ਜਾਂਦੇ ਨੇ, ਤੇ ਦੀਵਾਨ ਉੱਥੇ ਸੱਜਦਾ ਹੈ। ਪਾਤਸ਼ਾਹ ਸਾਰੇ ਸਿੱਖਾਂ ਨੂੰ ਦਰਸ਼ਨ ਦਿੰਦੇ ਨੇ,
ਦਰਸ਼ਨ ਦੇਣ ਤੋਂ ਬਾਅਦ ਆਪਣੇ ਸਿੱਖਾਂ ਨੂੰ ਹੁਕਮ ਕਰਦੇ ਨੇ ਕਿ ਸਾਰੇ ਸ਼ਸਤਰ ਕੱਢ ਕੇ ਲੈ ਕੇ ਆਓ। ਸਾਰੇ ਪਾਤਸ਼ਾਹ ਸ਼ਸਤਰ ਕਢਵਾਉਂਦੇ ਨੇ, ਸ਼ਸਤਰਾਂ ਨੂੰ ਇੱਕ ਉੱਚੀ ਜਗ੍ਹਾ ਰੱਖਦੇ ਨੇ ਔਰ ਸ਼ਸਤਰਾਂ ਨੂੰ ਪਾਤਸ਼ਾਹ ਨਮਸਕਾਰ ਕਰਦੇ ਨੇ। ਕਿਉਂ? क्योंकि अस कृपान खंडो खड़ग तुपक तबर अरतीर सैफ सरोही सहती यह हमारे पीर। क्योंकि जदों ये भी साडे पीर ने, शस्त्र भी, क्योंकि ये बाणी और बाणा, बाणे दे विच सिख दे शस्त्र भी बाणे दे विच आंदे ने ते पातशाह शस्त्रां नूं सत्कार करते ने, नमस्कार करते ने, शस्त्रां दी पूजा करते ने, शस्त्रां नूं चंदन दा छिड़काव करते ने, फुल्लां दी माला चढ़ाते ने और पातशाह तिखे तिखे तेगे कढवांदे ने, तिखियां तिखियां तलवारां, तेगे, अलग अलग तरह दे तीर कढवांदे ने पातशाह। सारे शस्त्र पातशाह कढवांदे ने ते ए पातशाह अंदर अंदर, क्योंकि पातशाह सी जानी जान, ओ ते खुद खुदा, पातशाह ते खुद खुदा, ते ओ सारी तैयारी करवांदे ने। उधरों दीवार हो रही है, इधरों शस्त्र इकट्ठे हो रहे ने। पातशाह तीर कमान, तेगे, धनुख बाण, पातशाह सारी चीजां कढवा के तिखे तिखे उन्हां नूं सारियां दी आप जांच कर रहे हुंदे ने। इधर पातशाह तीर कढवा रहे ने, तेगे कढवा रहे ने, घर दमोदरी जी, माता दमोदरी जी मिठाइयां कढवा रहे ने, गहने बनवा रहे ने। ओ उत्थे गहने बनवा रहे ने, इत्थे पातशाह बंदूकां कढवा रहे ने, बंदूकां दियां गोलियां कढवा रहे ने। पर इधर जंग दी तैयारी हो रही है, इस पासे संगत जी बीबी वीरो जी दे विआह दी तैयारी हो रही है। ते दोनां दे विच पातशाह एक काम कदी नहीं भुलदे, नाम सिमरन, नाम जपना, नाम पातशाह कदी नहीं भुलदे। नितनेम करदे ने। उधर माता जी गहने, भांडे, कपड़े, ये सारे तैयार करा रहे ने चीजां। इत्थे पातशाह सारियां चीजां दी देख रेख करके पूरी तरह तसल्ली करके जदों पातशाह वापस महलां च जांदे ने, उत्थे जाके दोपहर हो जाती है। दोपहर तक पातशाह लंगर प्रशादा छकदे ने, लंगर प्रशादा छक के आराम करते ने थोड़ी देर। शाम नूं उठदे ने, शाम नूं उठ के पातशाह फिर अकाल तखत साहिब जांदे ने, सिखां नूं दर्शन दिंदे ने। उत्थे उत्थे रहरास साहिब जी दा पाठ हुंदा है, कीर्तन हुंदा है। सारे उत्थे उत्थे सूरमे सारे आके पातशाह दे कोल बैठदे ने। क्यों? पातशाह जानदे ने, सूरमे सब पातशाह दे कोल आके बैठे ने, उन्हां नूं पातशाह जानदे ने कि कल परसों की होना है। क्योंकि गुर की गत गुर ही जाने, क्योंकि गुरु ते जान ही जानने। जदों कीर्तन होया, भोग पिया, पातशाह ने सिखां नूं भी कहा कि तुसीं लंगर प्रशादा छको। लंगर प्रशादा छक के सब अपनी अपनी जगह आराम करन चले जांदे ने। उधरों संगत जी फौजां तुर पईयां ने। जदों फौजां तुर पईयां ते लाहौर विच भी पातशाह दे प्रेमी सिख काफी सारे रहिंदे सी उस समय भी। जदों उत्थों सिखां नूं पता लगदा है कि इत्थों फौजां जा रहीआं ने पातशाह दे उत्ते, पातशाह नूं पकड़न वास्ते, पातशाह उत्ते हमला करन वास्ते, ये पकड़ना ते संगत जी उन्हां ने, शाहजहां ने सोचा कि जाके गुरु नूं फड़ लो। पर संगत जी गुरु ते आप खुद खुदा, क्यों खुदा नूं कदी पकड़िया जा सकदा है? पातशाह ते सूरज नूं कोई कोई ओदी रोशनी कैद कर सकदी है, कोई रोशनी पकड़ सकदी है। पर ये उन्हां नूं नहीं पता सी कि असीं किन्ना दे नाल टाकरा लै लिया। उधरों सिख एक चिट्ठी लिख के एक अपने सिख नूं भेजदे ने, कहंदे ने कि सिख नूं हिदायत दिंदे ने, चिट्ठी लिखदे ने कि हे सच्चे पातशाह इत्थों फौजां चल पईयां हन ते पातशाह तुसीं आप जानी जानो तुसीं की करना है। ते पातशाह तुसीं देर ना करना,
ਇਹ ਚਿੱਠੀ ਲਿਖ ਕੇ ਉਹ ਸਿੱਖ ਨੂੰ ਭੇਜ ਦਿੰਦੇ ਨੇ। ਸਿੱਖ ਆਂਦਾ ਹੈ, ਕਿਉਂਕਿ ਸੰਗਤ ਜੀ 7000 ਫੌਜ ਨੇ ਤੇ ਉਸ ਰਸਤੇ ਤੋਂ ਆਣਾ ਨਾ ਜਿਹੜਾ ਖੁੱਲਾ ਚੌੜਾ ਪ੍ਰੋਪਰ ਰਸਤਾ ਹੋਏਗਾ। ਜਦੋਂ ਇੱਕ ਸਿੱਖ ਆਂਦਾ ਉਹ ਗਲੀਆਂ ਗਲੀਆਂ ਚੋਂ ਛੋਟੇ ਛੋਟੇ ਰਸਤੇ ਚੋਂ ਹੁੰਦਾ, ਉਹ ਜਲਦੀ ਪਹੁੰਚਦਾ ਹੈ। ਉਧਰ ਪਾਤਸ਼ਾਹ ਰਾਤੀ ਆਪਣਾ ਲੰਗਰ ਪ੍ਰਸ਼ਾਦਾ ਛਕ ਕੇ ਉਹ ਆਰਾਮ ਕਰਨ ਚਲੇ ਜਾਂਦੇ ਨੇ, ਸੌਣ ਚਲੇ ਜਾਂਦੇ ਨੇ। ਸਿੱਖ ਜਿਹੜਾ ਲਾਹੌਰ ਤੋਂ ਚੱਲਦਾ ਹੈ ਚਿੱਠੀ ਲੈ ਕੇ, ਉਹਨੂੰ ਸਾਹ ਚੜਿਆ ਹੁੰਦਾ ਹੈ, ਕਿਉਂਕਿ ਬੜੀ ਜਲਦੀ ਜਲਦੀ ਆ ਰਿਹਾ ਹੁੰਦਾ ਹੈ ਸੰਗਤ ਜੀ, ਜਲਦੀ ਜਲਦੀ ਆ ਰਿਹਾ ਹੁੰਦਾ। ਜਦੋਂ ਆ ਕੇ ਉਹ ਪਹੁੰਚਦਾ ਹੈ ਪਾਤਸ਼ਾਹ ਦੇ ਮਹਿਲਾਂ ਦੇ ਬਾਹਰ, ਤੇ ਪਹਿਰੇਦਾਰ ਨੂੰ ਕਹਿੰਦਾ ਹੈ ਕਿ ਮੈਨੂੰ ਪਾਤਸ਼ਾਹ ਦੇ ਨਾਲ ਮਿਲਣ ਦੋ, ਬਹੁਤ ਜ਼ਰੂਰੀ ਕੰਮ ਹੈ। ਪਰ ਉਹ ਪਹਿਰੇਦਾਰ, ਉਹਨੇ ਵੀ ਆਪਣੀ ਡਿਊਟੀ ਕਰਨੀ ਹੁੰਦੀ ਹੈ ਸੰਗਤ ਜੀ। ਉਹ ਕਹਿੰਦੇ ਨਹੀਂ, ਇਸ ਸਮੇਂ ਤੁਹਾਨੂੰ ਗੁਰੂ ਜੀ ਦੇ ਨਾਲ ਅਸੀਂ ਮਿਲਣ ਨਹੀਂ ਦੇ ਸਕਦੇ, ਕਿਉਂਕਿ ਗੁਰੂ ਜੀ ਆਰਾਮ ਕਰ ਰਹੇ ਨੇ। ਤੇ ਉਹ ਕਹਿੰਦਾ ਨਹੀਂ, ਤੁਸੀਂ ਮੈਨੂੰ ਮਿਲਣ ਦੋ, ਬਹੁਤ ਜ਼ਰੂਰੀ ਕੰਮ ਹੈ, ਤੇ ਇਸ ਸਮੇਂ ਮੇਰਾ ਪਾਤਸ਼ਾਹ ਦੇ ਨਾਲ ਮਿਲਣਾ ਬਹੁਤ ਜ਼ਰੂਰੀ ਹੈ। ਪਹਿਰੇਦਾਰ ਕਹਿੰਦਾ ਇਹੋ ਜਿਹਾ ਕਿਹੜਾ ਜ਼ਰੂਰੀ ਕੰਮ ਹੈ ਕਿ ਗੁਰੂ ਸਾਹਿਬ ਦੀ ਅਸੀਂ ਆਰਾਮ ਦੇ ਵਿੱਚ ਅਸੀਂ ਖਲਲ ਪਾਈਏ? ਇਹੋ ਜਿਹਾ ਕਿਹੜਾ ਕੰਮ ਹੈ ਜਿਹੜਾ ਅਸੀਂ ਗੁਰੂ ਪਾਤਸ਼ਾਹ ਨੂੰ ਸੁੱਤੇ ਪਏ ਅਸੀਂ ਉਹਨਾਂ ਨੂੰ ਜਗਾਈਏ, ਉਹਨਾਂ ਨੂੰ ਅਸੀਂ ਜਗਾਈਏ, ਉਹਨਾਂ ਨੂੰ ਡਿਸਟਰਬ ਕਰੀਏ? ਇਹੋ ਜਿਹਾ ਕਿਹੜਾ ਜ਼ਰੂਰੀ ਕੰਮ ਹੈ? ਉਹ ਕਹਿੰਦਾ ਮੈਂ ਤੁਹਾਨੂੰ ਕੰਮ ਨਹੀਂ ਦੱਸ ਸਕਦਾ, ਪਰ ਤੁਸੀਂ ਇੱਕ ਵਾਰੀ ਜਾਓ ਔਰ ਪਾਤਸ਼ਾਹ ਕੋਲੋਂ ਹੁਕਮ ਲੈ ਕੇ ਆਓ, ਤੁਸੀਂ ਮੈਨੂੰ ਦੱਸੋ। ਉਹ ਬੜੀਆਂ ਬੇਨਤੀਆਂ ਕਰਦਾ, ਪਰ ਉਹ ਕਹਿੰਦਾ ਦੇਖੋ, ਮੈਂ ਤਾਂ ਤੁਹਾਨੂੰ ਜਾਣ ਨਹੀਂ ਦਾਂਗਾ। ਤੇ ਫਿਰ ਇਹ ਸਿੱਖ ਇਹ ਫਿਰ ਜ਼ੋਰ ਦੀ ਕਹਿੰਦਾ ਤੁਸੀਂ ਜਾਣ ਨਹੀਂ ਦਿੰਦੇ ਤੇ ਸੁਣ ਲਓ, ਫਿਰ ਉਧਰੋਂ ਫੌਜਾਂ ਆ ਰਹੀਆਂ ਨੇ ਔਰ ਉਹ ਕਿਸੇ ਸਮੇਂ ਵੀ ਆ ਜਾਣਗੀਆਂ, ਹਮਲਾ ਹੋ ਰਿਹਾ। ਜਦੋਂ ਇਹ ਸੁਣਦਾ ਹੈ ਪਹਿਰੇਦਾਰ, ਉਹ ਦੌੜਾ ਅੰਦਰ ਜਾਂਦਾ ਹੈ, ਪਾਤਸ਼ਾਹ ਨੂੰ ਜਾ ਕੇ ਕਹਿੰਦਾ ਹੈ। ਉਹ ਜਿਸ ਤਰ੍ਹਾਂ ਹੀ ਅੰਦਰ ਜਾਂਦਾ, ਉਹ ਦੇਖਦਾ ਪਾਤਸ਼ਾਹ ਤੇ ਜਾਗ ਰਹੇ ਹੁੰਦੇ ਨੇ। ਕਿਉਂਕਿ ਸਤਿਗੁਰ ਜਾਗਤਾ ਹੈ ਦਿਓ। ਪਰਮਾਤਮਾ ਕਦੀ ਸੌਂਦਾ ਹੈ? ਪਰਮਾਤਮਾ ਕਦੀ ਨਹੀਂ ਸੌਂਦਾ। ਪਰਮਾਤਮਾ ਨੂੰ ਤੇ ਅਸੀਂ ਰਾਤੀ 12 ਵਜੇ ਵੀ ਯਾਦ ਕਰ ਲਈਏ, 1 ਵਜੇ ਵੀ ਯਾਦ ਕਰ ਲਈਏ, ਪਰਮਾਤਮਾ ਕਹਿੰਦਾ ਮੈਂ ਤੇ ਹਮੇਸ਼ਾ ਤੁਹਾਡੇ ਵਾਸਤੇ ਜਾਗ ਰਿਹਾ, ਤੁਸੀਂ ਮੈਨੂੰ ਯਾਦ ਤੇ ਕਰੋ। ਸੰਗਤ ਜੀ, ਅਗਰ ਮੈਂ ਹੋਰ ਕੁਝ ਵਿਸ਼ੇ ਤੇ ਜਾਵਾਂਗੀ ਫਿਰ ਮੇਰੀ ਸਾਖੀ ਕੰਪਲੀਟ ਨਹੀਂ ਹੋਏਗੀ। ਕਈ ਲੋਕੀ ਸੋਚਦੇ ਨੇ ਕਿ ਨਹੀਂ, ਹੁਣ ਰਾਤ ਦੇ 12 ਵੱਜ ਗਏ ਨੇ, ਹੁਣ ਅਸੀਂ ਬਾਬਾ ਜੀ ਨੂੰ ਅਸੀਂ ਸੰਤੋਖਤਾ ਹੈ, ਬਾਬਾ ਜੀ ਸੋ ਰਹੇ ਨੇ, ਹੁਣ ਅਸੀਂ ਪਾਠ ਨਹੀਂ ਕਰਨਾ। ਪਰ ਸੰਗਤ ਜੀ, ਏਦਾਂ ਨਹੀਂ ਹੁੰਦਾ। ਵਾਹਿਗੁਰੂ ਤੇ ਹਮੇਸ਼ਾ ਜਾਗਦੇ ਨੇ। ਵਾਹਿਗੁਰੂ ਕਹਿੰਦੇ ਤੁਸੀਂ ਮੈਨੂੰ ਯਾਦ ਤੇ ਕਰੋ, ਅੱਧੀ ਰਾਤ ਨੂੰ ਯਾਦ ਕਰੋ, ਸਵੇਰੇ ਯਾਦ ਕਰੋ, ਸ਼ਾਮੀ ਯਾਦ ਕਰੋ, ਮੈਂ ਹਮੇਸ਼ਾ ਤੁਹਾਡੇ ਵਾਸਤੇ ਆ। ਇਹ ਤੇ ਸਾਡੇ ਭਰਮ ਨੇ ਜਾਂ ਸਾਡੇ ਵਰਗਿਆਂ ਨੇ ਇਹ ਰੂਲ ਬਣਾਤੇ ਨੇ ਕਿ ਹੁਣ ਤੁਸੀਂ ਇਸ ਸਮੇਂ ਵਾਹਿਗੁਰੂ ਦਾ ਨਾਮ ਨਹੀਂ ਜਪਣਾ, ਤੁਸੀਂ, ਇਹ ਮਰਿਆਦਾ ਨਹੀਂ ਹੈ। ਪਰ ਪਾਠ ਕਰਨ ਦੀ, ਵਾਹਿਗੁਰੂ ਨੂੰ ਜਪਣ ਦੀ ਇਹ 24 ਘੰਟੇ ਖੁੱਲਾ ਬਾਬਾ ਜੀ ਨੇ ਸਾਡੇ ਵਾਸਤੇ ਕੋਈ ਬੰਦਿਸ਼ ਨਹੀਂ ਪਾਈ। ਜਦੋਂ ਉਹ ਜਾ ਕੇ ਪਾਤਸ਼ਾਹ ਦੇਖਦਾ ਕਿ ਪਾਤਸ਼ਾਹ ਤੇ ਜਾਗ ਰਹੇ ਨੇ, ਉਹ ਜਾ ਕੇ ਕਹਿੰਦਾ ਸੱਚੇ ਪਾਤਸ਼ਾਹ, ਲਾਹੌਰ ਤੋਂ ਚਿੱਠੀ ਆਈ ਹੈ, ਇੱਕ ਸਿੱਖ ਚਿੱਠੀ ਲੈ ਕੇ ਆਇਆ ਹੈ और वो बेनती कर रहा है आप जी ਨੂੰ ਮਿਲਣਾ ਹੈ, और वो कह रहा है कि हमला होने वाला है। पातशाह कहंदे मुझे जल्दी बुलाओ अंदर। सिख आंदा अंदर, जल्दी जल्दी आंदा है, पातशाह ਨੂੰ ਦੇਖਦਾ ਹੈ, नतमस्तक ਹੁੰਦਾ ਹੈ ਪਹਿਲਾਂ, और इन्ने रज के देखदा है, पातशाह ਦੇ दर्शन करदा है, दर्शन करदा और पातशाह ਨੂੰ ਕਹਿੰਦਾ है सच्चे पातशाह, ਇਹ ਤੁਹਾਡੇ ਵਾਸਤੇ ਇਹ ਚਿੱਠੀ ਆਈ ਹੈ। और पातशाह ये चिट्ठी दे विच पातशाह चिट्ठी पढ़दे ने, पर वो कहंदा पातशाह मैनू सिखा ने भेजिया है, उन्होंने कहा है कि तानू मैं जाके दस्सां कि हमला उत्थों दी फौजां तुर पईयां ने। ते पातशाह कहंदे ठीक है। और पातशाह बिल्कुल सहज अवस्था च संगत जी बैठे ने, और बिल्कुल अडोल, वो एकदम साडे जिवें नहीं हाय हाय, पर वो ते आप गुरु, आप खुद खुदा, आप जानी जान पातशाह, ਉਹ ਤੇ ਅਵਸਥਾ ਉਹਨਾਂ ਦੀ ਤੇ ਬਹੁਤ ਸਾਡੀ ਤੇ ਸਮਝ ਤੋਂ ਵੀ ਬਾਹਰ ਹੈ ਸੰਗਤ ਜੀ। ਤੇ ਪਾਤਸ਼ਾਹ ਨਾਲ ਪੁੱਛਦੇ ਨੇ, ਕਹਿੰਦੇ ਇਹ ਭਾਈ ਤੁਸੀਂ ਉੱਥੇ ਆਏ ਹੋ, ਕਿੰਨੀ ਕੁ ਦੂਰ ਰਹਿ ਗਈਆਂ ਫੌਜਾਂ? ਤੇ ਉਹ ਕਹਿੰਦਾ ਪਾਤਸ਼ਾਹ ਮੈਂ ਤੇ ਦੇਖੋ ਪਾਤਸ਼ਾਹ ਕੱਲਾ ਆਇਆ ਹਾਂ,
ਤੇ ਕੱਲੇ ਆਣ ਨੂੰ ਤੇ ਮੈਨੂੰ ਤੇ ਸਮੇਂ ਨਹੀਂ ਲੱਗਾ, ਪਰ ਪਾਤਸ਼ਾਹ ਮੈਨੂੰ ਉਹ ਰਸਤੇ 'ਚ ਜ਼ਰੂਰ ਮਿਲੀਆਂ ਫੌਜਾਂ। ਔਰ ਪਾਤਸ਼ਾਹ ਤੇ ਉਹਨਾਂ ਦੀ ਗਿਣਤੀ ਵੀ ਬਹੁਤ ਹੈ। ਤੇ ਪਾਤਸ਼ਾਹ ਕਹਿੰਦੇ ਕਿੰਨੀ ਕੁ ਗਿਣਤੀ ਹੋਏਗੀ? ਤੇ ਕਹਿੰਦੇ ਪਾਤਸ਼ਾਹ ਘੋੜੇ ਹੀ ਘੋੜੇ ਨੇ, ਮਿੱਟੀ ਉੱਡੀ ਜਾ ਰਹੀ ਹੈ ਪਾਤਸ਼ਾਹ, ਉਹ ਤੇ ਹਜ਼ਾਰਾਂ 'ਚ ਨੇ। ਤੇ ਪਾਤਸ਼ਾਹ ਤੇ ਸੰਗਤ ਜੀ ਵੈਸੇ ਤੇ ਜਾਣ ਹੀ ਜਾਣ ਸੀ, ਪਰ ਦੇਖੋ ਵਾਹਿਗੁਰੂ ਨੂੰ ਸਭ ਕੁਝ ਪਤਾ ਹੈ, ਪਰ ਅਸੀਂ ਅਗਰ ਥੋੜਾ ਜਿਹਾ ਵੀ ਐਫਰਟ ਲੈਨੇ ਆ ਨਾ ਤੇ ਪਰਮਾਤਮਾ ਸਾਡੇ ਤੇ ਬਹੁਤ ਖੁਸ਼ ਹੁੰਦਾ ਹੈ। ਤੇ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਪਤਾ ਸੀ ਕਿ ਬਾਜ ਸਾਡੇ ਕੋਲ ਹੈ, ਬਾਜ ਅਸੀਂ ਨਹੀਂ ਦਿੱਤਾ, ਕੋਈ ਨਾ ਕੋਈ ਤੇ ਐਕਸ਼ਨ ਜ਼ਰੂਰ ਲੈਣਗੇ, ਉਹ ਕੁਛ ਨਾ ਕੁਛ ਤੇ ਉਹ ਜ਼ਰੂਰ ਕਰਨਗੇ, ਰਿਐਕਟ ਕਰਨਗੇ। ਉਹਨਾਂ ਨੂੰ ਪਤਾ ਸੀ ਕਿ ਹਮਲਾ ਹੋਏਗਾ, ਪਰ ਫਿਰ ਵੀ ਉਹ ਜਿਹੜਾ ਸਿੱਖ ਆਇਆ, ਪਾਤਸ਼ਾਹ ਨੇ ਖੁਸ਼ ਹੋ ਕੇ ਉਹਨਾਂ ਨੂੰ ਕਿਹਾ, ਕਹਿੰਦੇ ਉਹਨਾਂ ਨੂੰ ਖੂਬ ਬਖਸ਼ਿਸ਼ਾਂ ਦਿੱਤੀਆਂ। ਕਾਹਦੀਆਂ ਬਖਸ਼ਿਸ਼ਾਂ ਦਿੱਤੀਆਂ? ਉਹਨਾਂ ਨੂੰ ਆਪਣੀ ਮਿਹਰ ਭਰੀ ਨਜ਼ਰ ਪਾ ਕੇ ਉਹਨਾਂ ਨੂੰ ਨਿਹਾਲ ਕੀਤਾ, ਨਿਹਾਲ ਕੀਤਾ। ਤੇ ਫਿਰ ਕਹਿੰਦੇ ਅੱਛਾ ਠੀਕ ਹੈ। ਤੇ ਫਿਰ ਉਹ ਕੀ ਕਹਿੰਦੇ ਨੇ, ਕਹਿੰਦੇ ਉਹਨੂੰ ਭੇਜ ਦਿੰਦੇ ਨੇ। ਜਦੋਂ ਉਹਨੂੰ ਭੇਜ ਦਿੰਦੇ ਨੇ ਤੇ ਫਿਰ ਉਹ ਸੰਗਤ ਜੀ ਉਹ ਕੀ ਸੋਚਦੇ ਨੇ ਕਿ ਅਸੀਂ ਅਗਰ ਸੁੱਤੇ ਪਏ, ਅਗਰ ਅਸੀਂ, ਕਿਉਂਕਿ ਰਾਤ ਦਾ ਸਮੇਂ ਹੁੰਦਾ ਹੈ ਤੇ ਪਾਤਸ਼ਾਹ ਦੇ ਦਰ ਸੁੱਤੇ ਹੁੰਦੇ ਨੇ, ਤੇ ਉਹ ਸ਼ਾਮੀ ਰਾਤੀ ਤੁਰ ਪਏ ਹੁੰਦੇ ਨੇ, ਤੇ ਉਹ ਸੋਚਦੇ ਨੇ ਕਿ ਅਸੀਂ ਸੁੱਤੇ ਪਏ ਜਾ ਕੇ ਗੁਰੂ ਨੂੰ ਫੜ ਲਾਂਗੇ ਤੇ ਜੰਗ ਵੀ ਨਹੀਂ ਹੋਏਗੀ ਤੇ ਸਾਡਾ ਕੰਮ ਆਰਾਮ ਨਾਲ ਹੋ ਜਾਏਗਾ। ਪਰ ਇੱਥੇ ਤੇ ਜਾਣੀ ਜਾਣ ਪਾਤਸ਼ਾਹ, ਤੇ ਉਥੋਂ ਨਾ ਫਿਰ ਸਿੱਖ ਦੌੜਿਆ ਦੌੜਿਆ ਆਂਦਾ ਹੈ, ਜਿੱਥੋਂ ਦੀਵਾਰ ਕੀਤੀ ਹੁੰਦੀ ਹੈ ਨਾ, ਉੱਥੋਂ ਦੀ ਇੱਕ ਸਿੱਖ ਦੌੜਿਆ ਦੌੜਿਆ ਆਂਦਾ ਪਾਤਸ਼ਾਹ ਦੇ ਕੋਲ, ਆ ਕੇ ਕਹਿੰਦਾ ਪਾਤਸ਼ਾਹ ਹਮਲਾ ਹੋ ਗਿਆ ਹੈ। ਇਹ ਨਹੀਂ ਕਹਿੰਦਾ ਕਿ ਹਮਲਾ ਹੋ ਗਿਆ, ਕਹਿੰਦਾ ਪਾਤਸ਼ਾਹ ਅੰਦਾਜ਼ਾ ਲੱਗ ਰਿਹਾ ਹੈ ਕਿ ਜੋ ਆਵਾਜ਼ਾਂ ਆ ਰਹੀਆਂ, ਜੋ ਕੁਲਬੁਲਾਹਟ ਹੋ ਰਹੀ ਹੈ, ਜੋ ਉੱਥੇ ਮਿੱਟੀ ਉੱਡ ਰਹੀ ਹੈ, ਇਸ ਤੋਂ ਪਤਾ ਚੱਲ ਰਿਹਾ ਕਿ ਪਾਤਸ਼ਾਹ ਹਮਲਾ ਹੋਣ ਵਾਲਾ ਹੈ, ਜ਼ਰੂਰ ਫੌਜਾਂ ਆਉਣ ਵਾਲੀਆਂ ਨੇ ਪਾਤਸ਼ਾਹ। ਤੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਠੀਕ ਹੈ, ਅੱਛਾ ਹਾਂਜੀ ਦੱਸੋ ਫਿਰ। ਤੇ ਉਹ ਕਹਿੰਦੇ ਪਾਤਸ਼ਾਹ ਸਾਨੂੰ ਨਾ ਸ਼ਸਤਰ ਚਾਹੀਦੇ, ਸਾਨੂੰ ਸ਼ਸਤਰ ਚਾਹੀਦੇ ਨੇ, ਸਾਨੂੰ ਗੋਲੀਆਂ ਚਾਹੀਦੀਆਂ, ਸਾਨੂੰ ਬੰਦੂਕਾਂ ਚਾਹੀਦੀਆਂ ਪਾਤਸ਼ਾਹ, ਸਾਨੂੰ ਬਰੂਦ ਵੀ ਚਾਹੀਦਾ। ਔਰ ਪਾਤਸ਼ਾਹ ਜਿਸ ਤਰ੍ਹਾਂ ਫੌਜਾਂ ਆ ਰਹੀਆਂ, ਜਿਸ ਤਰ੍ਹਾਂ ਮਿੱਟੀ ਘੱਟਾ ਉੱਡ ਰਿਹਾ ਹੈ, ਸਾਨੂੰ ਲੱਗਦਾ ਹੈ ਪਾਤਸ਼ਾਹ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੈ, ਤੇ ਪਾਤਸ਼ਾਹ ਅਸੀਂ ਹਜ਼ਾਰਾਂ ਦੀ ਗਿਣਤੀ ਨੂੰ ਅਸੀਂ ਰੋਕਣਾ ਹੈ, ਤੇ ਇਹਦੇ ਵਾਸਤੇ ਤਾਂ ਸਾਨੂੰ ਤੋਪ ਚਾਹੀਦੀ ਹੈ, ਔਰ ਸਾਡੇ ਪਾਸ ਤੇ ਤੋਪ ਹੈ ਨਹੀਂ, ਸਾਡੇ ਕੋਲ ਤੇ ਬਰੂਦ ਵੀ ਨਹੀਂ ਹੈਗਾ ਪਾਤਸ਼ਾਹ, ਪਰ ਉਹਨਾਂ ਨੂੰ ਰੋਕਣ ਵਾਸਤੇ ਨਾ ਪਾਤਸ਼ਾਹ ਤੋਪ ਜ਼ਰੂਰ ਚਾਹੀਦੀ ਹੈ। ਤੇ ਪਾਤਸ਼ਾਹ ਜਦੋਂ ਉਹਨਾਂ ਦੀ ਸਿੱਖ ਦੀ ਗੱਲ ਸੁਣਦੇ ਨੇ ਨਾ, ਤੇ ਪਾਤਸ਼ਾਹ ਕਹਿੰਦੇ ਠੀਕ ਹੈ, ਜਿਹੜੀ ਤੁਸੀਂ ਉੱਥੇ ਚਾਰ ਦੀਵਾਰੀ ਬਣਾਈ ਹੈ ਨਾ, ਉੱਥੇ ਅਸੀਂ ਲੱਕੜਾਂ ਵੀ ਇਕੱਠੀਆਂ ਕਰਕੇ ਇੱਕ ਪਾਸੇ ਰੱਖ ਕੇ ਆਏ ਸੀ, ਤੇ ਐਦਾਂ ਕਰੋ ਉੱਥੇ ਇੱਕ ਪਾਸੇ ਤੁਸੀਂ ਜਾ ਕੇ ਦੇਖੋ, ਇੱਕ ਪਾਸੇ ਇੱਕ ਲੱਕੜੀ ਦਾ ਖੋਲ ਪਿਆ ਹੋਇਆ, ਲੱਕੜੀ ਪਈ ਹੈ ਜਿਹੜੀ ਕਿ ਅੰਦਰੋਂ ਖੋਖਲੀ ਹੈ। ਸੰਗਤ ਜੀ ਜਿਸ ਤਰ੍ਹਾਂ ਹੋਲੋਡ ਹੁੰਦੀ ਹੈ ਨਾ, ਕਿ ਇੱਕ ਲੱਕੜੀ ਹੈ ਤੋਪ ਦੀ ਸ਼ੇਪ ਚ, ਪਰ ਅੰਦਰੋਂ ਹੋਲੋਡ ਹੈ। ਤੇ ਉਹ ਕਹਿੰਦੇ ਨੇ ਪਾਤਸ਼ਾਹ ਉਹਨਾਂ ਨੂੰ ਕਹਿੰਦੇ ਐਦਾਂ ਕਰੋ, ਤੁਸੀਂ ਜਾਓ ਔਰ ਇੱਕ ਪਾਸੇ ਉਹ ਖੋਖਲੀ ਲੱਕੜੀ ਪਈ ਹੈ, ਤੁਸੀਂ ਉਹਨੂੰ ਦੀਵਾਰ ਉੱਤੇ ਰੱਖ ਦੋ, ਉਹ ਤੋਪ ਦਾ ਕੰਮ ਕਰੇਗੀ। ਪਰ ਸੰਗਤ ਜੀ ਉਹ ਸਿੱਖ ਥੋੜਾ ਨਦਾਨ ਵੀ ਹੁੰਦੇ ਨੇ ਨਾ ਵਿੱਚ, ਸਾਡੇ ਵਰਗੇ ਨਦਾਨ ਵੀ ਹੁੰਦੇ ਨੇ ਵਿੱਚ, ਤੇ ਉਹ ਕਹਿੰਦੇ ਪਾਤਸ਼ਾਹ ਉਹ ਤੇ ਲੱਕੜੀ ਹੈ, ਬਰੂਦ ਤੇ ਪਾਤਸ਼ਾਹ ਲੋਹੇ ਦੀ ਤੋਪ ਚ ਪੈਂਦਾ ਹੈ, ਤੇ ਲੱਕੜੀ ਦੇ ਵਿੱਚ ਅਸੀਂ ਪਾਤਸ਼ਾਹ ਪਾਵਾਂਗੇ ਕੀ? ਤੇ ਪਾਤਸ਼ਾਹ ਤੁਸੀਂ ਸੋਚਦੇ ਹੋ ਉਹ ਜਿਹੜੀਆਂ ਫੌਜਾਂ ਆ ਰਹੀਆਂ ਨੇ ਉਹ ਕਿਆ ਹਿਰਨ ਹੈ ਜੋ ਇਹ ਲੱਕੜੀ ਵੇਖ ਕੇ ਡਰ ਜਾਣਗੇ? ਪਾਤਸ਼ਾਹ ਕਹਿੰਦੇ ਠੀਕ ਹੈ ਸਿੱਖਾ, ਗੱਲ ਤੇ ਤੇਰੀ ਠੀਕ ਹੈ। ਤੇ ਪਾਤਸ਼ਾਹ ਫਿਰ ਉਹਨਾਂ ਨੂੰ ਕਹਿੰਦੇ ਨੇ ਸਿੱਖ ਨੂੰ, ਕਹਿੰਦੇ ਆ ਉੱਥੇ ਨਾ ਜਿੰਨੀਆਂ ਵੀ ਇੱਟਾਂ ਢੇਮੇ ਰੋੜੀ ਮਿੱਟੀ ਜੋ ਵੀ ਤੁਹਾਨੂੰ ਮਿਲਦਾ ਹੈ ਨਾ, ਤੁਸੀਂ ਉਹਦੇ ਚ ਪਾਈ ਜਾਓ ਪਾਈ ਜਾਓ ਪਾਈ ਜਾਓ, ਔਰ ਪਿੱਛੋਂ ਪਲੀਤਾ ਦਾਗ ਦਿਓ, ਔਰ ਉਹ ਜਦੋਂ ਉਹ ਤੋਪ ਦਾ ਕੰਮ ਕਰਨਗੇ, ਔਰ ਜਦੋਂ ਇਹ ਇੱਟਾਂ ਵੱਟੇ ਰੋੜੇ ਜਦੋਂ ਇਹ
बाहर जदों तुसी पलीता दागोगे, ये तुसी पिछों दी जदों दागोगे ते अंदर अगे जाके जदों गिरनगे ते ये बंब दा काम, ये बरूद दा काम करनगे। ते संगत जी शंका ते हुंदी आ, ते कहंदे ने अच्छा पातशाह, ते फिर पातशाह दा बचन ते बचन ही है ना संगत जी। ते वो कहंदे तुसी जाओ, तुसी ऐदां करो, और सानू भी कहंदे ने, कहंदे तुसी जाओ, हौसला करके तुसी डटो उत्थे, और असी तुहाडे अंग संग है। ते जदों 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 पातशाह दा, जदों गुरु दा आप हत्थ होए संगत जी, ते फिर कौन कौन हरा सकदा है। ते ओ सिख चला जांदा है। और संगत जी जेड़ी ए जो लकड़ी वाली तोप है ना, अज भी लोहगढ़ किले दे विच अज भी उत्थे मौजूद है, और एदियां संगतां दर्शन भी करदियां ने। ओ सिख चला जांदा है, और सिख जदों जांदा है ते जाके ओ देखदा है कि उत्थे ते वाकई च एक खोखली लकड़ पई है, ओ चुक के रख दिंदा है दीवार दे उत्ते। दीवार दे उत्ते रख के ते जो ओनू मिलदा है, इट्टां पत्थर रोड़ी मिट्टी, जो मिलदा है ओ भर जांदा। ओ पहली बार ते देखदा है कि मैं करके देखा वाकई च तोप दा काम करदी कि नहीं। ओ जिस तरह ही पलीता दागना है ना संगत जी, एनी जोर दी जाके अगे बंब दी जगह बरूद वांगू जाके ओ फटदे है कि लिखदे ने, लिखारी लिखदे ने कि एनी धमक होई कि फौजां ते उत्थे हिलियां ही हिलियां, उस समय उत्थों दी धरती भी हिली। एनी जोर दी उत्थे ए विस्फोट होया कि जिस तरह किते मीनारां तो बिजली इस तरह कड़की होवे, बिजली ऐदां किसी ते जिस तरह टुट के पई होवे। ते ए देख के ओ फिर ओदा सिखां दा हौसला वध गया। सिख ते बड़े खुश हो गए कि ए ते पातशाह ने ते सानू बड़ा वधिया तरीका दस्या। ओ ते फिर की करन, जो चीजां सारियां चुक चुक के पाई जान, ओदे विच पाई जान, और पलीता दागी जान, और उत्थे ओ बरूद दा काम कर करके ओ तोप, ओ जेड़ी लकड़ दी तोप, ओदे चो इट्टां पत्थर रोड़ी मिट्टी ओ सब बरूद दा काम बंब वांगू फटदी जाए। और ये जेड़ी मुगलस खां तो लैके आ रहा सी फौज, ये सोचदा है, कहंदा असी ते कहंदे सी राती सुत्ते पे जाके गुरु नू फड़ लांगे, ये ते तोपां दागदे पे ने, लगदा है साडे विच जरूर कोई एहो जिहा बंदा है जिन्ने जाके गुरु जी नू पहला इतला कर दित्ती है कि असी आ रहे हैं, और गुरु जी ने ते पहला ही तैयारी करके रखी हुई है। ते फिर वो अपनी फौजां नू कहंदा, क्योंकि पहला ते वो सोचदे असी चुपके जे जावांगे, रात रात च जावांगे, नेरे पे गुरु जी नू फड़ के ले आवांगे ते ओदे अगे बादशाह दे अगे पेश कर दांगे। पर फिर वो सोचदा, कहंदा इत्थे ते सारी तैयारी कीती हुई है। फिर अपनी फौज नू कहंदा हुण तुसी नगाड़े वजा दो, हुण तुसी नगाड़े वजा दो, हुण ये जंग ये शुरू, हुण ये आमो सामने दा युद्ध होएगा, ये हुण जंग होएगी। ते संगत जी पातशाह दा ते बचन सी ना, सवेरे ते विआह होना है बीबी वीरो जी दा, ਵਿਆਹ ਹੋਣਾ, ਉੱਥੇ ਆਨੰਦ ਕਾਰਜ ਹੈ, ਵਿਗਨ ਪੈਣਾ ਸੀ, ਮਠਾਈਆਂ ਤੁਰਕਾਂ ਨੇ ਖਾਣੀਆਂ ਸੀ, ਇਹ ਪਾਤਸ਼ਾਹ ਦਾ ਬਚਨ ਵੀ ਤੇ ਪੂਰਾ ਹੋਣਾ ਹੈ। ਤੇ ਉੱਥੇ ਲੋਹਗੜ੍ਹ ਜਿਹੜਾ ਉੱਥੇ ਕਿਲਾ ਜਿਹੜਾ ਬਣਾਇਆ ਸੀ, ਜਿਹੜੀ ਉਹ ਬਣਾਈ ਹੋਈ ਸੀ, ਉੱਥੇ ਸਿਰਫ ਪਾਤਸ਼ਾਹ ਦੇ 25 ਸੂਰਮੇ ਹੁੰਦੇ ਨੇ ਜਿਹੜੇ ਕਿ 7000 ਦੀ ਫੌਜ ਨੂੰ ਰੋਕ ਕੇ ਬੈਠੇ ਨੇ। ਔਰ ਉਹ ਇਹ ਵੀ ਕਹਿੰਦੇ ਨੇ, ਜਿਹੜਾ ਸਿੱਖ ਆਂਦਾ ਕਹਿੰਦਾ ਪਾਤਸ਼ਾਹ ਸਵੇਰੇ ਘਰ ਚ ਵਿਆਹ ਹੈ, ਅਸੀਂ ਉਦੋਂ ਤੱਕ ਦਿਨ ਚੜਨ ਤੱਕ ਅਸੀਂ ਇਹਨਾਂ ਨੂੰ ਉੱਥੇ ਹੀ ਰੋਕ ਕੇ ਰੱਖਾਂਗੇ। ਤੇ ਇਹਨਾਂ ਦੀ ਜੁਰਤ ਕਿੱਦਾਂ ਹੋਈ ਕਿ ਗੁਰੂ ਘਰ ਵੱਲ ਹਮਲਾ ਕਰਨ ਦਾ ਇਹ ਸੋਚ ਲੈਣ, ਅਸੀਂ ਇਹਨਾਂ ਨੂੰ ਉੱਥੇ ਹੀ ਰੋਕ ਕੇ ਰੱਖਾਂਗੇ। ਤੇ ਸੰਗਤ ਜੀ ਇੱਧਰ ਪਾਤਸ਼ਾਹ ਫਿਰ ਤਿਆਰੀ ਤੇ ਕਰਨੀ ਹੁੰਦੀ ਹੈ। ਫਿਰ ਸੰਗਤ ਜੀ ਅਸੀਂ, ਤੁਹਾਨੂੰ ਯਾਦ ਹੋਏਗਾ ਚੌਥੀ ਜਦੋਂ ਅਸੀਂ ਕਰਤਾਰਪੁਰ ਸਾਹਿਬ ਦੀ ਜੰਗ ਦੇ ਵਿੱਚ ਅਸੀਂ ਪੈਂਦੇ ਖਾਨ ਦਾ ਵੀ ਦੇਖਿਆ ਸੀ। ਪੈਂਦੇ ਖਾਨ ਸ਼ੁਰੂ ਤੋਂ ਪਾਤਸ਼ਾਹ ਦੇ ਨਾਲ, ਪਾਤਸ਼ਾਹ ਨੇ ਪੈਂਦੇ ਖਾਨ ਨੂੰ ਬਚਪਨ ਤੋਂ ਪਾਲਿਆ ਹੁੰਦਾ ਹੈ, ਕਿਉਂਕਿ ਇਹਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ ਹੁੰਦੇ ਨੇ, ਤੇ ਇਹਦੇ ਮਾਮੇ ਇਹਦੇ ਰਿਸ਼ਤੇਦਾਰ ਨਾ
ਇਹ ਪਾਤਸ਼ਾਹ ਕੋਲ ਲੈ ਕੇ ਆਉਂਦੇ ਨੇ, ਕਹਿੰਦੇ ਆ ਪਾਤਸ਼ਾਹ ਇਹਨੂੰ ਆਪਣੀ ਤੁਸੀਂ ਸੇਵਾ 'ਚ ਲੈ ਲਓ, ਕਿਉਂਕਿ ਇਹ ਤੁਸੀਂ ਆਪਣੀ ਦੇਖ ਰੇਖ 'ਚ ਰੱਖੋਗੇ, ਇਹ ਆਪਣੀ ਸੇਵਾ 'ਚ ਲੈ ਲਓ, ਇਹਦੇ ਮਾਂ-ਬਾਪ ਤੇ ਹੈ ਨਹੀਂ ਪਾਤਸ਼ਾਹ, ਇਹਨੂੰ ਪਾਲਣ ਵਾਲਾ ਕੋਈ ਨਹੀਂ ਹੈ। ਪਰ ਇਹਦੀ ਕੱਦ ਕਾਠੀ ਇੰਨੀ ਉੱਚੀ ਚੌੜੀ ਲੰਬੀ ਸੀ, ਤੇ ਪਾਤਸ਼ਾਹ ਦੇਖਦੇ ਨੇ ਉਹਦੇ ਵੱਲ ਦੇਖ ਕੇ, ਪਾਤਸ਼ਾਹ ਸੋਚਦੇ ਨੇ ਇਹ ਇੰਨਾ ਉੱਚਾ ਲੰਬਾ ਬਲਸ਼ਾਲੀ ਚੌੜਾ, ਇਹਦੀ ਜਿਹੜੀ ਫਿਜ਼ੀਕ ਹੈਗੀ ਆ ਉਹ ਬੜੀ ਚੌੜੀ ਹੈ, ਉੱਚੀ ਲੰਬੀ ਹੈ, ਤੇ ਅਗਰ ਇਹਨੂੰ ਅਸੀਂ ਤਿਆਰ ਕਰਾਂਗੇ ਯੁੱਧ ਵਾਸਤੇ ਤੇ ਇਹ ਇੱਕ ਬੜਾ ਵੱਡਾ ਯੋਧਾ ਬਣੇਗਾ। ਇਹ ਸੋਚ ਕੇ ਪਾਤਸ਼ਾਹ ਉਹਨੂੰ ਆਪਣੇ ਕੋਲ ਆਪਣੀ ਦੇਖ ਰੇਖ ਵਿੱਚ ਰੱਖ ਲੈਂਦੇ ਨੇ, ਔਰ ਉਹ ਪਾਤਸ਼ਾਹ ਦਾ ਬੇਟਾ ਬਣ ਕੇ, ਪਾਤਸ਼ਾਹ ਦਾ ਬੱਚਾ ਬਣ ਕੇ, ਪਾਤਸ਼ਾਹ ਉਹਨੂੰ ਆਪ ਆਪਣੇ ਹੱਥੀ ਦੁੱਧ ਘਿਓ ਦੁੱਧ ਵਿੱਚ ਬਦਾਮ, 2 ਮੱਝਾਂ ਦਾ ਦੁੱਧ ਉਹ ਕੱਲਾ ਪੀ ਜਾਂਦਾ ਸੀ। ਮਤਲਬ ਕਿ ਪਾਤਸ਼ਾਹ ਨੇ ਉਹਨੂੰ ਏਦਾਂ ਦਾ ਯੋਧਾ ਤਿਆਰ ਕੀਤਾ ਸੀ ਕਿ ਉਹ ਇੱਕ ਹੱਥ ਦੇ ਨਾਲ ਉਹ ਘੋੜਾ ਚੁੱਕ ਕੇ ਸੁੱਟ ਸਕਦਾ ਸੀ, ਇੰਨਾ ਬਲਸ਼ਾਲੀ ਸੀ। ਤੇ ਉਹ ਵਿਰੁੱਧ ਹੋ ਗਿਆ ਸੀ, ਪਾਤਸ਼ਾਹ ਦੇ ਹੀ ਵਿਰੁੱਧ ਹੋ ਗਿਆ ਸੀ ਉਹ। ਫਿਰ ਅਸੀਂ ਕਦੀ ਏਦਾਂ ਹੀ ਜਦੋਂ ਸਾਖੀ ਕਰ ਰਹੇ ਹੋਵਾਂਗੇ ਤੇ ਵਿੱਚ ਅਸੀਂ ਉਹ ਵੀ ਵਿੱਚ ਡਿਸਕਸ ਕਰਾਂਗੇ ਕਿ ਉਹ ਵਿਰੁੱਧ ਕਿਉਂ ਹੋ ਗਿਆ ਸੀ। ਪਾਤਸ਼ਾਹ ਪੈਂਦੇ ਖਾਨ ਨੂੰ ਬੁਲਾਉਂਦੇ ਨੇ, ਆਪਣੇ ਜਿਹੜੇ ਸੂਰਮੇ ਹੁੰਦੇ ਨੇ ਉਹਨਾਂ ਨੂੰ ਬੁਲਾਉਂਦੇ ਨੇ, ਜਿਨ੍ਹਾਂ ਦੇ ਵਿੱਚ ਪੈਂਦੇ ਖਾਨ ਹੁੰਦਾ ਹੈ, ਬਾਬਾ ਬਿਧੀ ਚੰਦ ਜੀ ਹੁੰਦੇ ਨੇ, ਭਾਈ ਮੋਹਨ ਜੀ, ਭਾਈ ਗੋਪਾਲ ਜੀ, ਭਾਈ ਨਿਵਲਾ ਜੀ ਔਰ ਭਾਈ ਨਿਹਾਲਾ ਜੀ। ਜਿਹੜੇ ਭਾਈ ਨਿਵਲਾ ਜੀ ਔਰ ਭਾਈ ਨਿਹਾਲਾ ਜੀ ਸੀ ਨਾ ਸੰਗਤ ਜੀ, ਇਹ ਕਥਾਵਾਚਕ ਵੀ ਸੀ, ਇਹ ਗੁਰੂ ਘਰ 'ਚ ਕਥਾ ਵੀ ਕਰਦੇ ਹੁੰਦੇ ਸੀ। ਪਰ ਉਹ ਇਹੋ ਜਿਹੇ ਕਥਾਵਾਚਕ ਨਹੀਂ ਕਿ ਸਿਰਫ ਕਥਾ ਕੀਤੀ ਤੇ ਚਲੇ ਗਏ, ਉਹ ਕਥਾਵਾਚਕ ਦੇ ਨਾਲ ਨਾਲ ਉਹ ਬਹੁਤ ਬੜੇ ਬਲੀ ਸੂਰਮਾ ਵੀ ਸੀ। ਉਹ ਇਹੋ ਜਿਹੇ ਨਿਸ਼ਾਨਚੀ ਸੀ ਕਿ ਉਹਨਾਂ ਦਾ ਕਦੀ ਨਿਸ਼ਾਨਾ ਖਾਲੀ ਨਹੀਂ ਜਾਂਦਾ ਸੀ। ਉਹਨਾਂ ਦੇ ਅੱਗੇ ਜਦੋਂ ਦੁਸ਼ਮਣ ਨੇ ਆ ਵੀ ਜਾਣਾ ਨਾ ਤੇ ਕਦੀ ਜਿੰਦਾ ਵਾਪਸ ਨਹੀਂ ਜਾਂਦਾ ਹੁੰਦਾ ਸੀ, ਇਹੋ ਜਿਹੇ ਪੱਕੇ ਨਿਸ਼ਾਨਚੀ ਸੀ। ਤੇ ਪਾਤਸ਼ਾਹ ਸਾਰਿਆਂ ਨੂੰ ਬੁਲਾਉਂਦੇ ਨੇ, ਤੇ ਡਿਸਕਸ ਕਰਦੇ ਨੇ ਕਿ ਬਈ ਇਹ ਹੋ ਗਿਆ ਤੇ ਕਿਹਦੀ ਡਿਊਟੀ ਕਿਸ ਤਰ੍ਹਾਂ ਲਗਾਣੀ ਹੈ। ਪਾਤਸ਼ਾਹ ਸਾਰਿਆਂ ਨੂੰ ਬੁਲਾਉਂਦੇ ਨੇ, ਤੇ ਜਦੋਂ ਬੁਲਾਉਂਦੇ ਨੇ ਤੇ ਪਾਤਸ਼ਾਹ ਸਾਰਿਆਂ ਨੂੰ ਇਹਦੇ ਵਿੱਚ ਕਹਿੰਦੇ ਦੇਖੋ ਅਸੀਂ ਇੱਥੇ ਨਹੀਂ ਲੜਨਾ, ਕਿਉਂਕਿ ਇਹ ਸਾਡੇ ਦਾਦਾ ਜੀ ਦੀ ਇਹ ਨਗਰੀ ਹੈ, ਅਸੀਂ ਇੱਥੇ ਨਹੀਂ ਲੜਨਾ, ਅਸੀਂ ਯੁੱਧ ਕਰਾਂਗੇ, ਅਸੀਂ ਬਾਹਰ ਜਾ ਕੇ ਯੁੱਧ ਕਰਾਂਗੇ। ਮਤਲਬ ਕਿ ਜਿੱਥੇ ਇਹਨਾਂ ਨੇ ਕਿਲਾ ਤਿਆਰ ਕੀਤਾ ਹੈ ਉੱਥੇ ਜਾ ਕੇ ਅਸੀਂ ਯੁੱਧ ਲੜਾਂਗੇ, ਔਰ ਰਾਤ ਦਾ ਸਮੇਂ ਹੈ, ਅਗਰ ਫੌਜਾਂ ਇੱਥੋਂ ਤੱਕ ਆ ਗਈਆਂ ਤੇ ਰਾਤ ਦੇ ਹਨੇਰੇ 'ਚ ਪਤਾ ਨਹੀਂ ਲੱਗਣਾ ਕਿ ਕੌਣ ਆਪਣਾ ਹੈ ਔਰ ਕੌਣ ਪਰਾਇਆ, ਕਿਉਂਕਿ ਜਦੋਂ ਸੰਗਤ ਜੀ ਦੁਸ਼ਮਣ ਵੀ ਗੋਲੀ ਚਲਾਏਗਾ ਤੇ ਦੁਸ਼ਮਣ ਨੇ ਇਹ ਥੋੜੀ ਦੇਖਣਾ ਹੈ ਕਿ ਅਸੀਂ ਇਹਨੂੰ ਹੀ ਮਾਰਨਾ ਹੈ। ਦੁਸ਼ਮਣ ਦੀ ਗੋਲੀ ਕਿਸੇ ਅਣਜਾਣੇ ਬੰਦੇ ਨੂੰ ਵੀ ਲੱਗ ਸਕਦੀ ਹੈ। ਤੇ ਪਾਤਸ਼ਾਹ ਇਹ ਸਾਰੀਆਂ ਗੱਲਾਂ ਸੋਚ ਕੇ ਕਹਿੰਦੇ ਨੇ ਅਸੀਂ ਇੱਥੇ ਨਗਰੀ ਵਿੱਚ ਨਹੀਂ ਲੜਨਾ, ਅਸੀਂ ਬਾਹਰ ਜਾ ਕੇ ਲੜਾਂਗੇ, ਤੇ ਇਸ ਲਈ ਸਾਰਿਆਂ ਨੂੰ ਤੁਸੀਂ ਤਿਆਰ ਕਰੋ। ਔਰ ਹਾਲੇ ਕਿ ਪਾਤਸ਼ਾਹ ਸਿਰਫ ਇਹ ਗੱਲਾਂ ਕਰ ਹੀ ਰਹੇ ਹੁੰਦੇ ਨੇ, ਕਿਉਂਕਿ ਸੰਗਤ ਜੀ ਉਧਰੋਂ ਤੇ ਗੋਲੀਆਂ ਦੀ ਆਵਾਜ਼ਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਨਾ, ਤੜਪੜ ਗੋਲੀਆਂ ਦੀ ਆਵਾਜ਼ਾਂ ਆ ਰਹੀਆਂ ਹੁੰਦੀਆਂ, ਇਧਰੋਂ ਦੀ ਸਿੱਖ ਤੋਪਾਂ ਲੱਕੜੀ ਵਾਲੀ ਤੋਪ ਦੇ ਨਾਲ ਹਮਲਾ ਕਰ ਰਹੇ ਹੁੰਦੇ ਨੇ ਤੇ ਆਵਾਜ਼ਾਂ ਆ ਰਹੀਆਂ ਹੁੰਦੀਆਂ। ਤੇ ਜਿਹੜੇ ਸੂਰਮੇ ਹੁੰਦੇ ਨੇ ਪਾਤਸ਼ਾਹ ਦੇ ਇੱਥੇ ਜੋ ਨਗਰ 'ਚ ਸੂਰਮੇ ਹੁੰਦੇ ਨੇ, ਉਹ ਇਹ ਨਹੀਂ ਕਿ ਸਾਨੂੰ ਪਾਤਸ਼ਾਹ ਬੁਲਾਣਗੇ ਤੇ ਅਸੀਂ ਤਿਆਰ ਹੋ ਕੇ ਆਵਾਂਗੇ, ਉਹ ਆਪੇ ਹੀ ਜੋ ਸਿੱਖ ਹੁੰਦਾ ਹੈ, ਜੋ ਯੋਧਾ ਹੁੰਦਾ ਹੈ ਨਾ ਸੰਗਤ ਜੀ, ਉਹ ਹਮੇਸ਼ਾ 24 ਘੰਟੇ ਤਰਬਤਰ ਤਿਆਰ ਹੀ ਰਹਿੰਦਾ ਹੈ, ਤਿਆਰ ਹੀ ਰਹਿੰਦਾ ਹੈ 24 ਘੰਟੇ। ਤੇ ਸਾਰੇ ਸੂਰਮੇ ਇਕੱਠੇ ਆਪਣੇ ਸ਼ਸਤਰ ਧਾਰਨ ਕਰਕੇ, ਆਪਣੇ ਤੀਰ ਕਮਾਨ, ਆਪਣੇ ਘੋੜਿਆਂ ਦੇ ਸਮੇਤ ਸਭ ਆ ਜਾਂਦੇ। ਪਾਤਸ਼ਾਹ ਸਾਨੂੰ ਹੁਕਮ ਕਰੋ ਪਾਤਸ਼ਾਹ, ਅਸੀਂ ਇਹਨਾਂ ਦੀ ਇੱਟ ਦੇ ਨਾਲ ਇੱਟ ਵਜਾ ਦਾਂਗੇ। ਇਹਨਾਂ ਦੀ ਜ਼ਰੂਰਤ ਕਿੱਦਾਂ ਹੋਈ ਪਾਤਸ਼ਾਹ ਕਿ ਗੁਰੂ ਘਰ ਦੇ ਉੱਤੇ ਇਹਨਾਂ ਦੀ ਨਜ਼ਰ ਪਾਣ, ਗੁਰੂ ਘਰ ਦੇ ਉੱਤੇ ਹਮਲਾ ਕਰਨ। ਔਰ ਪਾਤਸ਼ਾਹ ਇਹਨਾਂ ਨੂੰ ਪਤਾ ਵੀ ਹੈ ਕਿ ਸਵੇਰੇ ਸਾਡੇ ਘਰ 'ਚ ਵਿਆਹ ਹੈ, ਤੇ ਇਹਨਾਂ ਦੀ ਜ਼ਰੂਰਤ ਕਿੱਦਾਂ ਹੋ ਗਈ ਕਿ ਪਾਤਸ਼ਾਹ ਇਹ ਹਮਲਾ ਬੋਲ ਦੇਣ, ਤੇ ਤੁਸੀਂ ਸਾਨੂੰ ਜਲਦੀ ਨਾਲ ਹੁਕਮ ਕਰੋ ਪਾਤਸ਼ਾਹ, ਅਸੀਂ ਜਾਈਏ। ਤੇ ਪਾਤਸ਼ਾਹ ਕਹਿੰਦੇ ਠੀਕ ਹੈ, ਪਰ ਇੱਥੇ ਜੰਗ ਨਹੀਂ ਕਰਨਾ। ਤੇ ਪੈਂਦੇ ਖਾਨ ਕੀ ਕਹਿੰਦਾ ਪਾਤਸ਼ਾਹ
ਸਾਰੀਆਂ ਗੱਲਾਂ ਤੇ ਠੀਕ ਹੈ, ਅਸੀਂ ਇੱਥੇ ਜੰਗ ਵੀ ਨਹੀਂ ਕਰਾਂਗੇ, ਪਰ ਪਾਤਸ਼ਾਹ ਇਹ ਦੇਖੋ ਸਵੇਰੇ ਬਰਾਤ ਆਣੀ ਹੈ, ਬਰਾਤ ਆਣੀ ਹੈ, ਔਰ ਪਰਿਵਾਰ ਦੀ ਰੱਖਿਆ ਵੀ ਤੇ ਪਾਤਸ਼ਾਹ ਜ਼ਰੂਰੀ ਹੈ। ਅਗਰ ਫੌਜਾਂ ਇੱਥੋਂ ਤੱਕ ਆ ਗਈਆਂ ਤੇ ਪਾਤਸ਼ਾਹ ਪਰਿਵਾਰ ਦੀ ਰੱਖਿਆ ਕੌਣ ਕਰੇਗਾ? ਪਰਿਵਾਰ ਨੂੰ ਪਹਿਲਾਂ ਅਸੀਂ ਕਿਤੇ ਸੇਫ ਜਗ੍ਹਾ ਤੇ ਕਰ ਲਈਏ। ਪਾਤਸ਼ਾਹ ਕਹਿੰਦੇ ਗੱਲ ਤੇ ਬਿਲਕੁਲ ਠੀਕ ਹੈ। ਤੇ ਫਿਰ ਉਹ ਕਹਿੰਦੇ ਹੁਣ ਅਸੀਂ ਕਿਹਨੂੰ ਭੇਜੀਏ? ਤੇ ਉਹ ਪਾਤਸ਼ਾਹ ਫਿਰ ਭਾਈ ਨਿਵਲਾ ਜੀ ਦੀ ਡਿਊਟੀ ਲਗਾਉਂਦੇ ਨੇ। ਭਾਈ ਨਿਵਲਾ ਜੀ ਨੂੰ ਹੋਰ ਸੂਰਮੇ ਦਿੰਦੇ ਨੇ, ਕਹਿੰਦੇ ਤੁਸੀਂ ਜਾਓ, ਘਰ ਜਾਓ, ਪਰਿਵਾਰ ਨੂੰ ਇਤਲਾ ਕਰੋ, ਪਰਿਵਾਰ ਨੂੰ ਕਹੋ ਕਿ ਹਮਲਾ ਹੋ ਗਿਆ ਹੈ ਪਰ ਡਰਨਾ ਨਹੀਂ, ਜੋ ਸਮਾਨ ਜਿੱਥੇ ਪਿਆ ਹੈ ਸਮਾਨ ਦਾ ਲੋਭ ਨਹੀਂ ਕਰਨਾ, ਸਮਾਨ ਦੀ ਕੋਈ ਚਿੰਤਾ ਨਹੀਂ ਕਰਨੀ, ਸਿਰਫ ਤੁਸੀਂ ਤਿਆਰੀ ਕਰੋ ਇੱਥੋਂ ਦੀ ਨਿਕਲਣ ਦੀ। ਔਰ ਉਹਨਾਂ ਨੂੰ ਹਿਦਾਇਤ ਦਿੰਦੇ ਨੇ, ਕਹਿੰਦੇ ਨੇ ਪਰਿਵਾਰ ਨੂੰ ਲੈ ਕੇ ਜਾਓ, ਔਰ ਤੁਸੀਂ ਪਰਿਵਾਰ ਨੂੰ ਉੱਥੋਂ ਦੀ ਲੈ ਕੇ ਚੱਲੋ, ਔਰ ਅੱਗੇ ਪਿੱਛੇ ਸੂਰਮੇ ਹੋਣਗੇ, ਵਿੱਚ ਪਰਿਵਾਰ ਨੂੰ ਤੁਸੀਂ ਰੱਖਣਾ ਹੈ, ਔਰ ਚੁੱਪਚਾਪ ਜਾਣਾ ਹੈ, ਸ਼ੋਰ ਨਹੀਂ ਕਰਨਾ ਹੈ, ਤਾਂ ਕਿ ਕਿਉਂਕਿ ਸੰਗਤ ਜੀ ਅਗਰ ਸ਼ੋਰ ਹੋਏਗਾ ਤੇ ਫਿਰ ਉਧਰ ਦੁਸ਼ਮਣਾਂ ਨੂੰ ਪਤਾ ਲੱਗ ਜਾਏਗਾ ਕਿ ਇੱਧਰ ਸ਼ੋਰ ਸ਼ਰਾਬਾ ਹੋ ਰਿਹਾ, ਫਿਰ ਉਧਰ ਵੱਲ ਗੋਲੀਆਂ ਮਾਰਨਗੇ। ਤੇ ਇਸ ਲਈ ਕਹਿੰਦੇ ਤੁਸੀਂ ਚੁੱਪਚਾਪ ਜਾਣਾ ਹੈ, ਪਰਿਵਾਰ ਨੂੰ ਤੁਸੀਂ ਇੱਕ ਸੇਫ ਜਗ੍ਹਾ ਲੈ ਕੇ ਜਾਣਾ। ਤੇ ਇੱਧਰ ਸੂਰਮੇ ਕਹਿਣ ਪਾਤਸ਼ਾਹ ਫਿਰ ਕੀ ਹੋ ਗਿਆ? ਕਿ ਉਹ ਕਹਿੰਦੇ ਪਾਤਸ਼ਾਹ ਕਹਿੰਦੇ ਕਿਉਂਕਿ ਗੋਲੀਆਂ ਦੇ ਨਾਲ ਜਿਹੜਾ ਮਿੱਟੀ ਘੱਡਾ ਉੜ ਰਿਹਾ ਹੈ, ਇਸ ਨਾਲ ਪਤਾ ਲੱਗ ਰਿਹਾ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੌਜ ਆਈ ਹੈ ਹਮਲਾ ਕਰਨ ਵਾਸਤੇ। ਤੇ ਜਿਹੜੇ ਰੰਗੇ ਹੋਏ ਹੁੰਦੇ ਨੇ ਨਾ ਸੰਗਤ ਜੀ, ਜਿਹੜੇ ਗੁਰੂ ਦੇ ਰੰਗ ਦੇ ਵਿੱਚ ਰੰਗੇ ਹੋਏ ਹੁੰਦੇ ਨੇ, ਕੀ ਕਹਿੰਦੇ ਨੇ? ਕਹਿੰਦੇ ਪਾਤਸ਼ਾਹ ਤੁਸੀਂ ਸਾਡੇ ਨਾਲ ਹੋ, ਤੁਸੀਂ ਆਪਣਾ ਸਾਨੂੰ ਬਲ ਬਖਸ਼ੋ, ਤੁਸੀਂ ਆਪਣੀ ਸਾਨੂੰ ਸ਼ਕਤੀ ਬਖਸ਼ੋ, ਤੁਸੀਂ ਆਪਣੀ ਤਾਕਤ ਬਖਸ਼ੋ। ਪਾਤਸ਼ਾਹ ਫਿਰ ਹਜ਼ਾਰਾਂ ਕੀ, ਅਸੀਂ ਤੇ ਲੱਖਾਂ ਦੇ ਨਾਲ ਮੁਕਾਬਲਾ ਕਰ ਲਾਂਗੇ। ਔਰ ਪਾਤਸ਼ਾਹ ਇਹ ਤੇ ਆਪ ਇੱਥੇ ਆਏ ਨੇ ਮਰਨ ਵਾਸਤੇ, ਜੇ ਤੁਸੀਂ ਹੁਕਮ ਕਰੋ ਅਸੀਂ ਇਹਨਾਂ ਨੂੰ ਲਾਹੌਰ ਜਾ ਕੇ ਫੜ ਲਾਵਾਂਗੇ। ਫਿਰ ਕਹਿੰਦੇ ਇਹ ਸਭ ਗੱਲਾਂ ਉਹਦੇ ਚ ਚੱਲ ਰਹੀਆਂ ਹੁੰਦੀਆਂ। ਸੰਗਤ ਜੀ ਸਮੇਂ ਥੋੜਾ ਰਹਿ ਗਿਆ, ਇਸ ਲਈ ਮੈਂ ਥੋੜਾ ਸ਼ਾਰਟ ਕਰਨ ਦੀ ਕੋਸ਼ਿਸ਼ ਕਰਾਂ। ਫਿਰ ਉਹ ਨਿਵਲਾ ਜੀ ਜਾਂਦੇ ਨੇ ਘਰ ਜਾ ਕੇ ਪਰਿਵਾਰ ਨੂੰ ਕਹਿੰਦੇ ਨੇ ਕਿ ਹਮਲਾ ਹੋ ਗਿਆ ਹੈ, ਪਾਤਸ਼ਾਹ ਦਾ ਹੁਕਮ ਹੈ ਕਿ ਜੋ ਸਮਾਨ ਜਿੱਥੇ ਪਿਆ ਹੈ ਉੱਥੇ ਪਿਆ ਰਹਿਣ ਦੋ, ਹਮਲਾ ਹੋ ਗਿਆ ਹੈ ਔਰ ਇੱਥੋਂ ਦੀ ਚੱਲਣ ਦੀ ਤਿਆਰੀ ਕਰੋ। ਹੁਣ ਮਾਤਾ ਦਮੋਦਰੀ ਜੀ ਨੂੰ ਚਿੰਤਾ ਪੈ ਜਾਂਦੀ ਹੈ, ਕਹਿੰਦੇ ਆ ਬਰਾਤ ਆਣੀ ਹੈ ਥੋੜੀ ਦੇਰ ਤੱਕ, ਤੇ ਹੁਣ ਮੈਂ ਕੀ ਛੱਡ ਕੇ ਜਾਵਾਂ ਤੇ ਕੀ ਲੈ ਕੇ ਜਾਵਾਂ? ਕੱਪੜੇ ਨੇ, ਗਹਿਣੇ ਨੇ, ਮਾਇਆ ਹੈ, ਮਠਾਈ ਹੈ, ਕਿੰਨਾ ਕੁਛ ਵਿਆਹ ਦਾ, ਭਾਂਡੇ ਨੇ, ਕਿੰਨਾ ਕੁਛ ਹੁੰਦਾ ਵਿਆਹ ਦਾ, ਮੈਂ ਕੀ ਚੁੱਕਾਂ ਤੇ ਛੱਡਾਂ? ਤੇ ਪਾਤਸ਼ਾਹ ਨੇ ਹੁਕਮ, ਪਾਤਸ਼ਾਹ ਦਾ ਬਚਨ ਹੁੰਦਾ ਨਾ ਕਿ ਤੁਰਕੀ ਖਾਣੇ, ਬਸ ਤੁਸੀਂ ਚੁੱਪਚਾਪ ਨਿਕਲੋ। ਤੇ ਫਿਰ ਕੀ ਹੁੰਦਾ ਹੈ, ਉੱਥੇ ਰੱਥ ਲਿਆਂਦੇ ਨੇ, ਉੱਥੇ ਸਾਰੇ ਦਾਸੀਆਂ ਨੂੰ, ਦਾਸ ਸਾਰੇ ਬੈਠਦੇ ਨੇ, ਉੱਥੇ ਰੱਥ ਆਂਦਾ ਹੈ, ਰੱਥ ਚ ਮਾਤਾ ਦਮੋਦਰੀ ਦਾ ਮਰਵਾਈ ਜੀ ਬੈਠਦੇ ਨੇ, ਸਾਰਿਆਂ ਨੂੰ ਲੈਣੇ, ਸਾਰਿਆਂ ਨੂੰ, ਔਰ ਮਾਤਾ ਨਾਨਕੀ ਜੀ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਸਭ ਨਾਲੋਂ ਛੋਟੇ ਹੁੰਦੇ ਨੇ, ਬਹੁਤ ਛੋਟੇ ਹੁੰਦੇ ਨੇ, ਉਹਨਾਂ ਨੂੰ ਲੈ ਕੇ ਉਹ ਪਾਲਕੀ ਬੈਠ ਜਾਂਦੇ ਨੇ। ਤੇ ਉੱਥੇ ਦੀ ਚੁੱਪਚਾਪ ਹੌਲੀ ਹੌਲੀ ਪੁੱਛਦੇ ਪੁੱਛਾਂਦੇ ਪਾਤਸ਼ਾਹ ਕਹਿੰਦੇ ਨੇ ਕਿ ਪਰਿਵਾਰ ਨੂੰ ਰਾਮਸਰ ਸਾਈਡ ਤੁਸੀਂ ਲੈ ਕੇ ਜਾਣਾ, ਰਾਮਸਰ ਸਾਹਿਬ ਤੁਸੀਂ ਪਰਿਵਾਰ ਨੂੰ ਲੈ ਜਾਓ। ਜਦੋਂ ਰਾਮਸਰ ਸਾਹਿਬ ਵੱਲ ਉਹ ਤੁਰ ਪੈਂਦੇ ਨੇ, ਪੁੱਛਦੇ ਪੁੱਛਾਂਦੇ ਜੰਗਲਾ ਥਾਣੀ ਹੁੰਦੇ ਹੋਏ ਉਹ ਉਧਰ ਚਲੇ ਜਾਂਦੇ। ਔਰ ਸੰਗਤ ਜੀ, ਔਰ ਆ ਕੇ ਜਦੋਂ ਉੱਥੇ ਪਹੁੰਚ ਜਾਂਦੇ ਨੇ, ਇੱਧਰ ਪਾਤਸ਼ਾਹ ਨੂੰ ਸੂਚਨਾ ਮਿਲਦੀ ਹੈ ਕਿ ਪਰਿਵਾਰ ਬਿਲਕੁਲ ਸੇਫ ਉੱਥੇ ਪਹੁੰਚ ਗਿਆ ਹੈ ਰਾਮਸਰ ਸਾਹਿਬ। ਤੇ ਪਾਤਸ਼ਾਹ ਦੇਖਦੇ ਨੇ, ਜਦੋਂ ਸਮੇਂ ਦੇਖਦੇ ਨੇ, ਕਹਿੰਦੇ ਨੇ ਹਾਲੀ ਤੇ 1.5 ਪਹਿਰ ਬਾਕੀ ਹੈ ਦਿਨ ਚੜਨ ਨੂੰ। ਪਰ ਸੂਰਮਿਆਂ ਨੂੰ ਕਹਿੰਦੇ ਦਿਨ ਚੜਨ ਤੱਕ ਤੁਸੀਂ ਜਿਹੜੇ ਉੱਥੇ ਕਿਲੇ ਚ ਜਿਹੜੇ ਡਟੇ ਹੁੰਦੇ ਨੇ 25 ਸਿੰਘ, ਸੰਗਤ ਜੀ ਸੋਚੋ 25 ਸਿੰਘ ਮੁਕਾਬਲਾ ਕਰਨੇ ਨੇ 7000 ਦੇ ਨਾਲ। ਤੇ ਕਿੰਨੀ ਵਾਹਿਗੁਰੂ ਦੀ ਮਿਹਰ ਹੈ, ਕਿੰਨੀ ਬਾਬਾ ਜੀ ਦੀ ਉਹਨਾਂ ਉੱਤੇ ਬਲੇਸਿੰਗਸ ਹੈ, ਕਿੰਨੀ ਬਾਬਾ ਜੀ ਦੇ ਉੱਤੇ ਬਾਬਾ ਜੀ ਦੀ ਬਖਸ਼ਿਸ਼ ਹੈ ਉਹਨਾਂ ਦੇ ਉੱਤੇ।
ਤੇ ਉਹ ਪਾਤਸ਼ਾਹ ਦੇ ਨੇ ਕਹਿੰਦੇ ਅਸੀਂ ਦਿਨੇ ਜੰਗ ਕਰਾਂਗੇ ਤੇ ਕਿਸੇ ਤਰ੍ਹਾਂ ਇਹ ਰਾਤ ਦਾ ਸਮੇਂ ਅਸੀਂ ਕੱਢ ਲਈ। ਤੇ 1.5 ਪੈਰ ਬਾਕੀ ਹੈ। 1.5 ਪੈਰ ਦਾ ਮਤਲਬ ਇੱਕ ਪੈਰ ਹੁੰਦਾ ਹੈ 3 ਘੰਟੇ ਦਾ ਸੰਗਤ ਜੀ, ਤੇ ਇਹਦਾ ਮਤਲਬ ਹਾਲੀ 4.5 ਘੰਟੇ ਦਿਨ ਚੜਨ ਨੂੰ ਬਾਕੀ ਹੈ। ਤੇ ਪਾਤਸ਼ਾਹ ਸੋਚਦੇ ਨੇ ਕਿ 4.5 ਘੰਟੇ ਦੇ ਵਿੱਚ ਜਦੋਂ ਤੱਕ ਦਿਨ ਨਹੀਂ ਚੜਦਾ ਮੈਂ ਜਾ ਕੇ ਦੇਖਣਾ ਕਿ ਉੱਥੇ ਬਰਾਤ ਨੇ ਵੀ ਆਣਾ ਹੈ ਤੇ ਬੱਚੀ ਦਾ ਆਨੰਦ ਕਾਰਜ ਕਰ ਆਈਏ, ਫਿਰ ਆ ਕੇ ਅਸੀਂ ਜੰਗ ਲੜੀਏ। ਤੇ ਜਦੋਂ ਪਾਤਸ਼ਾਹ ਉੱਥੇ ਪਹੁੰਚਦੇ ਨੇ, ਸੰਗਤ ਜੀ ਪਰਿਵਾਰ ਨੂੰ ਮਿਲਦੇ ਨੇ। ਜਦੋਂ ਪਰਿਵਾਰ ਨੂੰ ਮਿਲਦੇ ਨੇ, ਉਹ ਦੇਖਦੇ ਨੇ, ਉਹ ਕੀ ਦੇਖਦੇ ਨੇ? ਦੇਖਦੇ ਨੇ ਕਿ ਵੀ ਸਾਰੇ ਤੇ ਇੱਥੇ ਸਾਹਿਬਜ਼ਾਦੇ ਵੀ ਹੈਗੇ ਨੇ, ਮਾਤਾਵਾਂ ਸਾਰੀਆਂ ਹੈਗੀਆਂ ਨੇ। ਤੇ ਉਹ ਪੁੱਛਦੇ ਨੇ ਕਹਿੰਦੇ ਬੱਚੀ ਕਿੱਥੇ ਹੈ? ਸੰਗਤ ਜੀ ਉੱਥੇ ਬੀਬੀ ਵੀਰੋ ਹੁੰਦੇ ਹੀ ਨਹੀਂ। ਮਾਤਾ ਦਮੋਦਰੀ ਜੀ ਕਹਿੰਦੇ ਮੈਂ ਤੇ ਸੋਚਿਆ ਉਹ ਮਾਤਾ ਨਾਨਕੀ ਜੀ ਦੇ ਨਾਲ ਡੋਲੇ ਕਰਨ। ਉਹ ਕਹਿੰਦੇ ਨੇ ਉਹ ਆਪਣੀ ਪਟੋਲੇ ਇਕੱਠੇ ਕਰ ਰਹੇ ਸੀ। ਔਰ ਸੰਗਤ ਜੀ ਇਹਦੇ ਵਿੱਚ ਬੇਬੇ ਜੋ ਬੀਰੋ ਜੀ ਸੀ ਉੱਥੇ ਹੀ ਰਹਿ ਜਾਂਦੇ ਨੇ। ਤੇ ਪਾਤਸ਼ਾਹ ਨੂੰ ਸੰਗਤ ਜੀ ਚਿੰਤਾ ਤੇ ਸਭ ਨੂੰ ਹੋਣੀ ਹੈ, ਕਿਉਂਕਿ ਦੁਸ਼ਮਣ ਫੈਲ ਰਿਹਾ ਹੈ। ਦੁਸ਼ਮਣ ਕੋਈ ਵੀ ਛੁਪਦਾ ਛੁਪਾਉਂਦਾ ਕਿਤੇ ਵੀ ਆ ਜਾਏ। ਤੇ ਉਹ ਫਿਰ ਕਹਿੰਦੇ ਕੀ ਕਰੀਏ? ਫਿਰ ਪਾਤਸ਼ਾਹ ਇੱਕ ਡਿਊਟੀ ਲਗਾਉਂਦੇ ਨੇ ਕਿ ਭਾਈ ਸਿੰਘਾ ਜੀ ਹੁੰਦੇ ਨੇ ਪੁਰੋਹਿਤ। ਸੰਗਤ ਜੀ ਪੁਰੋਹਿਤ ਉਹ ਨਹੀਂ ਕਿ ਜਿਹੜਾ ਪੰਡਿਤ ਜਿਹੜੇ ਮੰਤਰ ਸ਼ੰਤਰ ਪੜਦਾ, ਉਹ ਪੁਰੋਹਿਤ ਨਹੀਂ। ਪੁਰੋਹਿਤ ਉਹਨੂੰ ਹੁੰਦਾ ਜਿਹੜਾ ਕਿ ਬੜਾ ਵਿਦਵਾਨ ਹੁੰਦਾ ਹੈ, ਚਾਹੇ ਉਹ ਸ਼ਾਸਤਰਾਂ ਦਾ ਵਿਦਵਾਨ ਹੋਏ, ਚਾਹੇ ਉਹ ਮੈਡੀਸਨਸ ਦਾ ਵਿਦਵਾਨ ਹੋਵੇ, ਕਿਸੇ ਚੀਜ਼ ਦਾ ਜੋ ਕਿ ਉਹ ਵਿਦਵਾਨ ਹੋਏ, ਪੰਡਿਤ ਵਿਦਵਾਨ ਹੋਏ, ਉਹਨੂੰ ਪੁਰੋਹਿਤ। ਉਹ ਭਾਈ ਸਿੰਘਾ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਜਾਓ ਕਿਹਦੇ ਨਾਲ? ਔਰ ਭਾਈ ਬਾਬਕ ਰਬਾਬੀ ਜੀ, ਇਹ ਗੁਰੂ ਘਰ ਦੇ ਕੀਰਤਨੀਏ ਹੁੰਦੇ ਨੇ। ਉਹਨਾਂ ਨੂੰ ਕਹਿੰਦੇ ਤੁਸੀਂ ਜਾਓ ਔਰ ਤੁਸੀਂ ਬੱਚੀ ਨੂੰ ਲੈ ਕੇ ਆਓ, ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਹੈ। ਇੱਕ ਤੇ ਤੁਸੀਂ ਛੁਪਦੇ ਛੁਪਾਉਂਦੇ ਜਾਣਾ ਹੈ, ਔਰ ਦੂਸਰਾ ਤੁਸੀਂ ਗੋਲੀ ਨਹੀਂ ਚਲਾਣੀ। ਕਿਉਂਕਿ ਸੰਗਤ ਜੀ ਅਗਰ ਗੋਲੀ ਜਿੱਧਰੋਂ ਚੱਲੇਗੀ ਤੇ ਦੁਸ਼ਮਣ ਨੂੰ ਪਤਾ ਲੱਗ ਜਾਏਗਾ ਗੋਲੀ ਉਧਰੋਂ ਚੱਲੀ ਹੈ, ਤੇ ਉਹ ਫਿਰ ਉਧਰ ਹੀ ਗੋਲੀਆਂ ਬਰਸਾਣਗੇ। ਉਹ ਕਹਿੰਦੇ ਨੇ ਤੁਸੀਂ ਇੱਧਰ ਉੱਧਰ ਹੋ ਜਾਣਾ, ਤੁਸੀਂ ਬਚਾ ਲੈਣਾ ਆਪਣੇ ਆਪ ਨੂੰ, ਪਰ ਤੁਸੀਂ ਗੋਲੀ ਨਹੀਂ ਚਲਾਣੀ, ਕਿਉਂਕਿ ਗੋਲੀ ਬੱਚੀ ਨੂੰ ਵੀ ਲੱਗ ਸਕਦੀ ਹੈ। ਕਹਿੰਦੇ ਤੁਸੀਂ ਗੋਲੀ ਨਹੀਂ ਚਲਾਣੀ ਔਰ ਤੁਸੀਂ ਬੱਚੀ ਨੂੰ ਵਾਪਸ ਲੈ ਕੇ ਆਣਾ, ਔਰ ਉਹਨਾਂ ਨੂੰ ਇੱਕ ਸਿਮਰਨਾ ਵੀ ਦਿੰਦੇ ਨੇ। ਤੇ ਪਾਤਸ਼ਾਹ ਕਹਿੰਦੇ ਇਹ ਤੁਸੀਂ ਸਿਮਰਨਾ ਵੀ ਲੈ ਕੇ ਜਾਓ ਔਰ ਇਹ ਸਿਮਰਨਾ ਤੁਹਾਡੇ ਕੰਮ ਆਏਗਾ। ਤੇ ਸੰਗਤ ਜੀ ਟਾਈਮ ਹੋ ਗਿਆ ਹੈ, ਅਸੀਂ ਅੱਜ ਦੀ ਕਥਾ ਇੱਥੇ ਹੀ ਸਮਾਪਤ ਕਰਦੇ ਹਾਂ ਕਿ ਸਿਮਰਨਾ ਕਿਸ ਕੰਮ ਵਾਸਤੇ ਪਾਤਸ਼ਾਹ ਨੇ ਦਿੱਤਾ, ਔਰ ਬੀਬੀ ਵੀਰੋ ਜੀ ਨੂੰ ਉਹ ਸਾਰੇ ਕਿਸ ਤਰ੍ਹਾਂ ਲੈ ਕੇ ਆਏ, ਉਹ ਅਸੀਂ ਅਗਲੇ ਸੈਟਰਡੇ ਸਾਖੀ ਕਰਾਂਗੇ। ਔਰ ਇਸ ਵਿੱਚ ਪਾਤਸ਼ਾਹ ਨੇ ਜਦੋਂ ਪਹਿਲੀ ਜੰਗ ਦੀ ਜਿਹੜੀ ਅਰਦਾਸ ਕੀਤੀ, ਸਾਰੇ ਗੁਰੂਆਂ ਦਾ ਨਾਮ ਲੈ ਕੇ, ਉਹਨਾਂ ਨੇ ਇੱਕ ਇੱਕ ਗੁਰੂ ਦਾ ਨਾਮ ਲੈ ਕੇ ਇੱਕ ਇੱਕ ਗੁਰੂ ਦੇ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਸਾਨੂੰ ਵਰ ਬਖਸ਼ੋ ਕਿ ਸਾਡੀ ਜਿੱਤ ਹੋਏ। ਔਰ ਫਿਰ ਉੱਥੇ ਆਕਾਸ਼ਵਾਣੀ ਵੀ ਹੋਈ। ਉਹ ਕੀ ਹੋਈ ਉਹ ਅਸੀਂ ਅਗਲੇ ਸੈਟਰਡੇ ਡਿਸਕਸ ਕਰਾਂਗੇ। ਸੰਗਤ ਜੀ ਐਨੀ ਜੀ ਸੇਵਾ ਪ੍ਰਵਾਨ ਕਰਨਾ, ਕੋਈ ਗਲਤੀਆਂ ਹੋ ਗਈਆਂ ਹੋਣ ਸੰਗਤ ਜੀ ਤੇ ਮਾਫ ਕਰ ਦੇਣਾ। ਆਓ ਹੁਣ ਅਸੀਂ ਮਿਲ ਕੇ ਅਸੀਂ ਸ਼ਬਦ ਪੜ੍ਹਦੇ ਹਾਂ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਬਹੁਤ
के नाए। सुरंग रंगीले सुरंग रंगीले सुरंग रंगीले हर हर त्याए। सुरंग रंगीले सुरंग रंगीले सुरंग रंगीले हर हर त्याए। रंगीले जे बाहर आए। रंगीले जे बाहर के नाए। रे जे बा करूं सतखंड। रे जे बा करूं सतखंड। नाम न उतरस श्री गोविंद। जाम न उतरस श्री गोविंद। जाम न उतरस श्री गोविंद। रंगीले जे बाहर के नाए। रंगीले जे बाहर के नाए। मिथ्या जे बाबरे काम। मिथ्या जे बाबरे काम। निर्वाण पद एक हार को नाम। निर्वाण पद एक हर को नाम। रंगीले बाहर के नाए। रंगीले जे बाहर के नाए। अस्कोट अन पूजा करी। असंख्य कोट अन पूजा करी। एक न पूजस नाम हरि। एक न पूजस नाम हरि। रंगीले जे बाहर के नाए। रंगीले जे बाहर के नाए। प्रणव नाम देव हो करना। प्रणव नाम देव हो करना। अनंत रूप तेरे नारायणा। अनंत रूप तेरे नारायणा। नारायण 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 नारायण। अनंत रूप तेरे नारायणा। रंगीले जे बा
हे गुरु वाहिगुरु। वाहिगुरु जी का खालसा वाहिगुरु जी की फतेह। भुला चुका दी खिमा कर देना संगत जी।